गुड मॉर्निंग एवरीवन। मेरा नाम जतिन बंसल है। ਅੱਜ ਤੁਹਾਡੇ ਲਈ ਜਨਰਲ ਸਾਇੰਸ ਦਾ ਲਾਈਟ ਟੌਪਿਕ ਦੇ ਜਿਹੜੇ ਬੈਸਟ 200 MCQ ਹੈ ਉਸ ਦਾ ਪਾਰਟ 3 ਲੈ ਕੇ ਆਇਆ। ਇਸ ਤੋਂ ਪਹਿਲਾਂ ਆਪਾਂ ਦੋ ਪਾਰਟਸ ਡਿਸਕਸ ਕਰ ਚੁੱਕੇ ਹਾਂ ਜੋ ਕਿ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹਨਾਂ ਨੂੰ ਦੇਖ ਸਕਦੇ ਹੋ। ਠੀਕ ਹੈ, ਉਸਦੇ 3 ਪਾਰਟਸ ਡਿਸਕਸ ਹੋ ਚੁੱਕੇ ਨੇ। ਪਾਰਟ 4 ਹੈਗਾ। ਤਾਂ ਪਹਿਲੇ ਆਪਾਂ ਨੇ 100 ਕੁਐਸਚਨ ਡਿਸਕਸ ਕੀਤਾ ਹੋਇਆ ਹੈ। ਹੁਣ ਆਪਾਂ ਡਿਸਕਸ ਕਰ ਰਹੇ ਹਾਂ ਨੈਕਸਟ 50 ਕੁਐਸਚਨ ਤੇ ਇਸ ਦੇ ਵਿੱਚ ਕੁਝ ਥਿਊਰੀ ਪਾਰਟ ਵੀ ਰਹੂਗਾ ਕਿਉਂਕਿ ਕੁਝ ਟੌਪਿਕ ਸਕਿਪ ਹੋ ਗਿਆ ਸੀਗਾ। ਤਾਂ ਪਹਿਲਾਂ ਆਪਾਂ ਤਾਂ ਕੁਝ MCQ, ਫਿਰ ਉਸ ਤੋਂ ਬਾਅਦ ਕੁਝ ਥਿਊਰੀ, ਫਿਰ ਉਸ ਤੋਂ ਬਾਅਦ ਫਿਰ ਕੁਝ MCQ ਡਿਸਕਸ ਕਰਾਂਗੇ। ਤਾਂ ਜੇਕਰ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆਏਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਤੇ ਅੱਗੇ ਫਰੈਂਡਸ ਦੇ ਵਿੱਚ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਓਕੇ, ਚਲੋ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ। 100 ਕੁਐਸਚਨ ਆਪਣੇ ਡਿਸਕਸ ਹੋ ਚੁੱਕੇ ਸੀਗੇ ਤਾਂ ਹੁਣ ਆਪਾਂ 101 ਕੁਐਸਚਨ ਤੋਂ ਸਟਾਰਟ ਕਰਦੇ ਹੈਗੇ ਆ। ਤਾਂ 101 ਕੁਐਸਚਨ ਦੇਖੋ, ਫੋਕਲ ਲੈਂਥ ऑफ आ कन्वैक्स ਲੈਂਸ इज मैक्सिमम 4। ਤਾਂ ਕਨਵੈਕਸ ਲੈਂਸ ਜਿਹੜਾ ਆਪਾਂ ਨੇ ਕੀਤਾ ਬੇਟਾ ਯੂਜ਼ ਥਿਊਰੀ ਦੇ ਵਿੱਚ, ਤਾਂ ਉਹਦੀ ਫੋਕਲ ਲੈਂਥ ਸਭ ਤੋਂ ਜ਼ਿਆਦਾ ਮੈਕਸਿਮਮ ਕਿਸ ਕਲਰ ਲਈ ਹੋਏਗੀ ਬੇਟਾ? ਤਾਂ ਉਹਦੇ ਰੈੱਡ ਕਲਰ ਦੇ ਲਈ ਹੋਏਗੀ। ਤਾਂ ਡੀ ਆਪਸ਼ਨ ਰੈੱਡ ਕਲਰ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਓਕੇ, ਨੈਕਸਟ, ਦੀ ਪਾਵਰ ਆਫ ਆ ਲੈਂਸ ਇਜ਼ 4 ਡਾਇਓਪਟਰ, ਇਟਸ ਫੋਕਲ ਲੈਂਥ ਇਜ਼, ਯੂ ਨੋ ਵੈਰੀ ਵੈਲ ਜਿਹੜੀ ਡਾਇਓਪਟਰ ਹੈਗੀ ਹੈ ਉਹ ਇੱਕ ਪਾਵਰ ਦੀ ਯੂਨਿਟ ਹੈ। ਓਕੇ, ਤਾਂ ਇੱਕ ਰਿਲੇਸ਼ਨ ਹੁੰਦਾ ਹੈ ਆਪਣਾ ਫੋਕਲ ਲੈਂਥ ਦਾ। ਫੋਕਲ ਲੈਂਥ ਇਜ਼ ਇਕੁਅਲ ਟੂ 100/P। ਉਰੇ P ਕੀ ਹੈ? ਪਾਵਰ ਆਫ ਲੈਂਸ ਹੈਗਾ। ਜੇ ਤੁਸੀਂ ਦੇਖੋਗੇ ਧਿਆਨ ਦੇ ਨਾਲ ਤਾਂ F ਇਜ਼ ਇਕੁਅਲ ਟੂ 100/4 ਕਿਉਂਕਿ ਉਹਨੇ 4 ਡਾਇਓਪਟਰ ਕਿਹਾ ਸੀਗਾ। ਤਾਂ ਕਟਿੰਗ ਕਰਕੇ 25 ਆ ਜਾਏਗਾ। ਦੈਟਸ ਵਾਈ 25 ਸੈਂਟੀਮੀਟਰ B ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਤਾਂ ਹਰ ਗੱਲ ਬੇਟਾ ਮੈਂ ਬਹੁਤ ਧਿਆਨ ਨਾਲ ਸਮਝਾ ਰਿਹਾ, ਧਿਆਨ ਨਾਲ ਵੀਡੀਓ ਨੂੰ ਸੁਣਿਆ ਕਰੋ, ਫੁੱਲ ਵੀਡੀਓ ਦੇਖਿਆ ਕਰੋ। ਇਹ ਚੌਥਾ ਪਾਰਟ ਹੈ। ਇਸ ਤੋਂ ਪਹਿਲਾਂ 3 ਪਾਰਟਸ ਆਪਾਂ ਡਿਸਕਸ ਕਰ ਚੁੱਕੇ ਹਾਂ। ਜੇ ਤੁਸੀਂ ਨਹੀਂ ਦੇਖੇ ਪਹਿਲਾਂ ਜ਼ਰੂਰ ਉਹ ਪਾਰਟਸ ਨੂੰ ਦੇਖੋ ਵੀ ਤਾਂ ਜੋ ਤੁਹਾਨੂੰ ਸਾਰੇ ਪਾਰਟਸ ਚੰਗੀ ਤਰੀਕੇ ਨਾਲ ਸਮਝ ਆਉਣ। ਇਹ MCQ ਦੇ ਪਾਰਟ ਨੇ। ਇਸ ਤੋਂ ਪਹਿਲਾਂ ਆਪਾਂ ਨੇ ਥਿਊਰੀ ਪਾਰਟ ਵੀ ਡਿਸਕਸ ਕੀਤੇ ਹੋਏ ਨੇ। ਜੇ ਤੁਸੀਂ ਥਿਊਰੀ ਪਾਰਟ ਹਾਲੇ ਤੱਕ ਨਹੀਂ ਦੇਖੇ ਤਾਂ ਪਹਿਲਾਂ 3 ਪਾਰਟਸ ਦੇ ਵਿੱਚ ਲਾਈਟ ਚੈਪਟਰ ਦੀ ਥਿਊਰੀ ਵੀ ਕੀਤੀ ਹੋਈ ਹੈ। ਤਾਂ ਪਹਿਲਾਂ ਲਾਈਟ ਚੈਪਟਰ ਦੀ ਥਿਊਰੀ ਕਵਰ ਕਰੋ, ਫਿਰ ਉਸ ਤੋਂ ਬਾਅਦ ਆਪਣੇ 200 MCQ ਆਪਣੇ ਤਰੀਕੇ ਨਾਲ ਯਾਦ ਕਰੋ ਆਪਣੇ। ਠੀਕ ਹੈ, ਨੈਕਸਟ, what is viewed through an electron microscope। ਤਾਂ ਮਾਈਕਰੋਸਕੋਪ ਜਿਹੜਾ ਇਲੈਕਟ੍ਰੋਨ ਮਾਈਕਰੋਸਕੋਪ ਹੈ ਤਾਂ ਉਸਦੇ ਵਿੱਚ ਆਪਾਂ ਸਟਰਕਚਰ ਦੇਖਦੇ ਆ ਬੈਕਟੀਰੀਆ ਤੇ ਵਾਇਰਸਿਸ ਦੀ, ਵੀ ਜਿਹੜੇ ਬੈਕਟੀਰੀਆ ਹੁੰਦੇ ਨੇ, ਵਾਇਰਸ ਹੁੰਦੇ ਨੇ, ਉਹਨਾਂ ਦੀ ਕੀ ਸਟਰਕਚਰ ਹੈਗੀ ਹੈ ਬੇਸਿਕਲੀ। ਤਾਂ ਉਹ ਆਪਾਂ ਨੂੰ ਇਲੈਕਟ੍ਰੋਨ ਮਾਈਕਰੋਸਕੋਪ ਦੇ ਥਰੂ ਹੀ ਨਜ਼ਰ ਆਉਂਦਾ ਹੈ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, ਦੀ ਲਾਜ਼ ਆਫ ਰਿਫਲੈਕਸ਼ਨ ਆਰ ਟਰੂ ਫੋਰ। ਤਾਂ ਜਿਹੜੇ ਰਿਫਲੈਕਸ਼ਨ ਦੇ ਲਾਜ਼ ਨੇ ਬੇਸਿਕਲੀ ਉਹ ਆਪਣੇ ਕਿਹਦੇ ਉੱਤੇ ਡਿਪੈਂਡ ਕਰਦੇ ਨੇ? ਪਲੇਨ ਮਿਰਰ ਦੇ ਉੱਤੇ, ਕਨਕੇਵ ਮਿਰਰ, ਕਨਵੈਕਸ, ਸਾਰੇ ਆਲ ਰਿਫਲੈਕਟਿੰਗ ਸਰਫੇਸ ਦੇ ਉੱਤੇ ਡਿਪੈਂਡ ਕਰਦਾ। ਤਾਂ D ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ, ਆਲ ਰਿਫਲੈਕਟਿੰਗ ਸਰਫੇਸਿਸ। ਓਕੇ, ਨੈਕਸਟ, an object is placed between two parallel mirror, the number of images is। ਦੇਖੋ ਬੇਟਾ ਆਪਣੇ ਲਵੇ ਇੱਕ ਫਾਰਮੂਲਾ ਸੀਗਾ ਨੰਬਰ ਆਫ ਇਮੇਜਿਸ ਦਾ, ਤੇ 360/θ - 1। ਤਾਂ ਯੂ ਨੋ ਵੈਰੀ ਵੈਲ ਡੀਅਰ, ਜਦੋਂ ਉਹਨੇ ਕਹਿਤਾ ਦੋ ਪੈਰਲ ਨੇ, ਦੋ ਪੈਰਲ ਮਿਰਰ, ਤਾਂ ਐਂਗਲ ਕੀ ਹੋਊਗਾ? 0। ਜਦੋਂ ਐਂਗਲ ਹੀ 0 ਹੋ ਗਿਆ ਤਾਂ ਜਦੋਂ ਆਪਾਂ 360°/0 ਰੱਖਾਂਗੇ ਤਾਂ ਉਸਦੀ ਵੈਲਿਊ ਕੀ ਆ ਜਾਏਗੀ? ਇਨਫਾਨਾਈਟ ਆ ਜਾਏਗੀ। ਤਾਂ ਉਸਦੀ ਵੈਲਿਊ ਕੀ ਹੁੰਦੀ ਹੈ? ਇਨਫਾਨਾਈਟ ਹੁੰਦੀ ਹੈ। ਦੈਟਸ ਵਾਈ ਆਪਾਂ D ਆਪਸ਼ਨ ਇਨਫਾਨਾਈਟ ਦੇ ਉੱਤੇ ਟਿਕ ਲਾ ਦਾਂਗੇ। ਜੇ ਦੋ ਪੈਰਲ ਨੇ ਮਿਰਰ, ਧਿਆਨ ਰੱਖਿਓ ਹਰ ਇੱਕ ਵਰਡਿੰਗ ਨੂੰ ਧਿਆਨ ਨਾਲ ਨੋਟ ਕਰੋ, ਅੱਛੇ ਨੋਟਸ ਬਣਾਓ ਬੇਟਾ, ਵੀ ਤਾਂ ਜੋ ਤੁਸੀਂ ਇੱਕ ਯੂਨੀਕ ਸਟੂਡੈਂਟ ਬਣ ਸਕੋ। ਸਟੂਡੈਂਟ ਨੂੰ ਇਹ ਲੱਗੋ ਵੀ 200 MCQ ਇੱਕ ਚੈਪਟਰ ਦਾ ਅਸੀਂ ਕਿਉਂ ਕਰੀਏ? ਬੇਟਾ ਕਰਨਾ ਪਊਗਾ,
ਇਹੀ ਤਾਂ ਆਪਣੀ ਆਪਣੀ ਮੈਂਟੈਲਿਟੀ ਆਪਾਂ ਨੇ ਚੇਂਜ ਕਰਨੀ ਹੈ ਵੀ ਜੇ ਆਪਾਂ ਅੱਛਾ ਕੰਟੈਂਟ ਪੜਾਂਗੇ, ਅੱਛੇ ਨੰਬਰ ਆਫ MCQ ਪਲੱਸ ਉਹਨਾਂ ਦੀ ਥਿਊਰੀ ਕਰਾਂਗੇ, ਤਾਂ ਹੀ ਆਪਾਂ ਇੱਕ ਅੱਛੇ ਸਟੂਡੈਂਟ ਬਣ ਕੇ ਇੱਕ ਵਧੀਆ ਜੋਬ ਆਪਾਂ ਲੈ ਸਕਦੇ ਹਾਂ। ਓਕੇ, ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਬੇਟਾ, ਜਿੰਨੀ ਜ਼ਿਆਦਾ ਸ਼ੇਅਰ ਕਰੋਗੇ ਬੇਟਾ ਉਨਾ ਜ਼ਿਆਦਾ ਮੈਨੂੰ ਮੋਟੀਵੇਸ਼ਨ ਮਿਲਦਾ ਹੁੰਦਾ ਹੈ ਵੀ ਤਾਂ ਜੋ ਆਪਣੇ ਮੈਕਸਿਮਮ ਵਿਊਜ਼ ਹੋਣਗੇ, ਮੈਨੂੰ ਵੀ ਮੋਟੀਵੇਸ਼ਨ ਵੱਧ ਮਿਲਦੀ ਹੈ। ਓਕੇ, ਨੈਕਸਟ ਕੁਐਸਚਨ ਦੇਖੋ, ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ। ਤਾਂ ਦੇਖੋ ਇੱਕ ਕਹਿੰਦਾ ਲਾਈਟ ਵੇਵਸ ਕੈਨ ਟਰੈਵਲ ਵੈਕਿਊਮ। ਦੇਖੋ ਆਪਾਂ ਨੇ ਕਿਹਾ ਹੋਇਆ ਲਾਈਟ ਵੇਵਸ ਦੀ ਸਪੀਡ ਵੈਕਿਊਮ ਦੇ ਵਿੱਚ 3 × 10⁸ ਮੀਟਰ ਪਰ ਸੈਕਿੰਡ ਹੁੰਦੀ ਹੈ। ਇਹ ਤੋਂ ਕਲੀਅਰ ਹੁੰਦਾ ਵੈਕਿਊਮ ਦੇ ਵਿੱਚ ਟਰੈਵਲ ਕਰਦੀ ਹੈ। ਲਾਈਟ ਵੇਵਸ ਕੈਨ ਰੀਫਰੈਕਟਿਡ, ਤਾਂ ਯੂ ਨੋ ਵੇ ਰਿਫਰੈਕਸ਼ਨ ਫਿਨੋਮੀਨਾ ਲਾਈਟ ਦਾ ਅਕਰ ਕਰਦਾ ਹੈ, ਤਾਂ ਇਹ ਵੀ ਬਿਲਕੁਲ ਓਕੇ ਹੈਗਾ। ਲਾਈਟ ਵੇਵਸ ਆਰ ਇਲੈਕਟ੍ਰੋਮੈਗਨੈਟਿਕ ਵੇਵਸ, ਤਾਂ ਲਾਈਟ ਵੇਵ ਯੂ ਨੋ ਵੈਰੀ ਵੈਲ ਇਲੈਕਟ੍ਰੋਮੈਗਨੈਟਿਕ ਵੇਵਸ ਨੇ। ਆਪਾਂ ਨੇ ਥਿਊਰੀ ਦੇ ਵਿੱਚ ਇਹ ਵੀ ਪੁਆਇੰਟ ਕਵਰ ਕੀਤਾ ਸੀ। ਇਹ ਤਿੰਨੇ ਪੁਆਇੰਟ ਬਿਲਕੁਲ ਕਰੈਕਟ ਨੇ, ਦੈਟਸ ਵਾਈ 1 2 3 ਇਹ ਤਿੰਨੇ ਕਰੈਕਟ ਨੇ, ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ, ਤਾਂ ਹੁਣ ਕੁਝ ਆਪਾਂ ਥਿਊਰੀ ਪਾਰਟ ਡਿਸਕਸ ਕਰ ਰਹੇ ਹਾਂ, ਤਾਂ ਥਿਊਰੀ ਪਾਰਟ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਬੇਟਾ। ਆਪਾਂ ਪਹਿਲਾਂ ਸਿੰਪਲ ਮਾਈਕਰੋਸਕੋਪ ਦੀ ਗੱਲ ਕਰ ਰਹੇ ਹਾਂ, ਬੇਸਿਕਲੀ ਸਿੰਪਲ ਮਾਈਕਰੋਸਕੋਪ। ਤਾਂ ਸਿੰਪਲ ਮਾਈਕਰੋਸਕੋਪ ਦੇ ਵਿੱਚ ਬੇਸਿਕਲੀ ਬੇਟਾ ਕੀ ਹੁੰਦਾ, ਇੱਕ ਕਨਵੈਕਸ ਲੈਂਸ ਹੀ ਯੂਜ਼ ਹੋ ਰਿਹਾ। ਬਹੁਤ ਵਾਰੀ ਐਗਜ਼ਾਮ 'ਚ ਕੁਐਸਚਨ ਆਉਂਦਾ ਵੀ ਸਿੰਪਲ ਮਾਈਕਰੋਸਕੋਪ ਦੇ ਵਿੱਚ ਕਿੰਨੇ ਕਨਵੈਕਸ ਲੈਂਸ ਯੂਜ਼ ਹੁੰਦੇ ਨੇ, ਸਿਰਫ ਇੱਕ ਹੀ ਕਨਵੈਕਸ ਲੈਂਸ ਯੂਜ਼ ਹੋ ਰਿਹਾ। ਇਹਨੂੰ ਤੁਸੀਂ ਸਿੰਪਲ ਮਾਈਕਰੋਸਕੋਪ ਨੂੰ ਸਿੰਪਲੀ ਤੁਸੀਂ ਮੈਗਨੀਫਾਈਂਗ ਗਲਾਸ ਵੀ ਕਹਿ ਸਕਦੇ ਹੋ, ਜਿਹਦੀ ਫੋਕਲ ਲੈਂਥ ਕੀ ਹੁੰਦੀ ਹੈ, ਸਮੌਲ ਫੋਕਲ ਲੈਂਥ ਹੁੰਦੀ ਹੈ। ਇਹ ਕੁਐਸਚਨ ਵੀ ਬਹੁਤ ਵਾਰੀ ਐਗਜ਼ਾਮ 'ਚ ਆ ਚੁੱਕੇ ਆ ਵੀ ਜਿਹੜਾ ਆਪਾਂ ਸਿੰਪਲ ਆਪਣਾ ਸਿੰਪਲ ਮਾਈਕਰੋਸਕੋਪ ਦੇ ਵਿੱਚ ਆਪਣਾ ਜਿਹੜਾ ਵੀ ਲੈਂਸ ਯੂਜ਼ ਕਰਦੇ ਆ ਉਹ ਕਿਹੜਾ ਹੁੰਦਾ ਹੈ, ਕਨਵੈਕਸ ਲੈਂਸ ਹੁੰਦਾ ਡੀਅਰ, ਤੇ ਉਹਦੀ ਫੋਕਲ ਲੈਂਥ ਕੀ ਹੁੰਦੀ ਹੈ, ਸਮੌਲ ਹੁੰਦੀ ਹੈ। ਓਕੇ, ਤਾਂ ਇਹ ਤੁਹਾਡੇ ਸਾਹਮਣੇ ਡਾਇਗਰਾਮ ਬਣਿਆ ਪਿਆ ਵੀ ਕਿਵੇਂ ਕੀ ਇਮੇਜ ਬਣੂਗੀ। ਤਾਂ ਆ ਉਰੇ ਇੱਕ ਕਨਵੈਕਸ ਮਿਰਰ ਹੈਗਾ, ਠੀਕ ਹੈ, ਉਰੇ ਆਪਣਾ ਆਬਜੈਕਟ ਪਿਆ, ਆਬਜੈਕਟ ਤੋਂ ਰੇਜ਼ ਨਿਕਲਣਗੀਆਂ, ਤਾਂ ਇਸ ਤਰੀਕੇ ਨਾਲ ਰੀਫਰੈਕਸ਼ਨ ਤੋਂ ਬਾਅਦ ਆਪਾਂ ਪਿੱਛੇ ਨੂੰ ਕਰਕੇ ਆਪਾਂ ਇੱਕ ਇਮੇਜ ਬਣਦੀ ਹੈ। ਜਿਹੜੀ ਇਮੇਜ, ਕਿਉਂਕਿ ਨਾ ਇਹ ਆਪਣੇ ਆਪ ਇਮੇਜ ਨਹੀਂ, ਮਤਲਬ ਜਿਹੜਾ ਰੇਜ਼ ਸੀਗਾ ਰਿਫਰੈਕਸ਼ਨ ਤੋਂ ਬਾਅਦ ਰੀਅਲ ਨਹੀਂ ਮਿਲਿਆ, ਇਹ ਵਰਚੁਅਲ ਮਿਲੇ ਨੇ। ਦੈਟਸ ਵਾਈ ਤੁਸੀਂ ਧਿਆਨ ਨਾਲ ਦੇਖੋ, ਮੈਂ ਲਿਖਿਆ ਹੋਇਆ ਵਰਚੁਅਲ ਇਰੈਕਟ ਤੇ ਮੈਗਨੀਫਾਈਡ ਇਮੇਜ ਬਣ ਗਈ। ਕਿੱਥੇ ਦੇਖੋ ਸਾਈਜ਼ ਇੰਨਾ ਸੀਗਾ ਇਮੇਜ ਦਾ, ਹੈ ਨਾ, ਕਿੱਥੇ ਸਾਈਜ਼ ਕਾਫੀ ਬੜਾ ਹੋ ਗਿਆ। ਓਕੇ ਡੀਅਰ, ਤਾਂ ਇਮੇਜ ਕੀ ਬਣੂਗੀ, ਬੇਸਿਕਲੀ ਵਰਚੁਅਲ ਇਰੈਕਟ ਸਿੱਧੀ ਹੈ ਬਿਲਕੁਲ। ਦੇਖੋ ਇਹ ਵੀ ਇਸ ਤਰੀਕੇ ਨਾਲ ਹੈ, ਤਾਂ ਇਹ ਵੀ ਇਸ ਤਰੀਕੇ ਨਾਲ ਹੀ ਹੈਗਾ ਨਾ। ਜੇ ਆਪਾਂ AB ਮੈਂਸ਼ਨ ਕਰੀਏ ਤਾਂ ਇਹ ਵੀ ਕੀ ਰਹੂਗਾ, AB ਹੀ ਰਹੂਗਾ। ਓਕੇ ਬੇਟਾ, ਤਾਂ ਵਰਚੁਅਲ ਬਣ ਰਿਹਾ, ਇਰੈਕਟ ਬਣ ਰਿਹਾ ਤੇ ਲਾਰਜ ਬਣ ਰਹੀ ਹੈ। ਓਕੇ, ਤੇ ਉਸ ਤੋਂ ਬਾਅਦ ਬਹੁਤ ਵਾਰੀ ਕੁਐਸਚਨ ਐਗਜ਼ਾਮ 'ਚ ਆ ਰਿਹਾ ਹੈ ਵੀ ਸਿੰਪਲ ਮਾਈਕਰੋਸਕੋਪ ਦੀ ਮੈਗਨੀਫਿਕੇਸ਼ਨ ਕੀ ਹੁੰਦਾ, ਉਹਦਾ ਫਾਰਮੂਲਾ ਕੀ ਹੈ ਬੇਸਿਕਲੀ। ਤਾਂ ਸਿੰਪਲ ਮਾਈਕਰੋਸਕੋਪ ਦਾ ਮੈਗਨੀਫਿਕੇਸ਼ਨ ਦਾ ਫਾਰਮੂਲਾ 1 + D/F ਹੈ। ਤਾਂ D ਉਰੇ ਕੀ ਹੁੰਦਾ ਬੇਟਾ, ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ, ਜਿਹਨੂੰ ਤੁਸੀਂ 25 ਸੈਂਟੀਮੀਟਰ ਕਹਿੰਦੇ ਹੁੰਦੇ ਹੋ। ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ 25 ਸੈਂਟੀਮੀਟਰ ਹੁੰਦਾ ਹੈ। ਤੇ F ਕੀ ਹੈ, ਫੋਕਲ ਲੈਂਥ ਹੁੰਦੀ ਹੈ ਕਨਵੈਕਸ ਲੈਂਸ ਦੀ। ਤਾਂ ਜੇਕਰ ਹੁਣ ਤੁਹਾਨੂੰ ਕਵੇ ਵੀ ਆਪਣਾ ਸਿੰਪਲ ਮਾਈਕਰੋਸਕੋਪ ਦੇ ਵਿੱਚ ਜੇ ਮੈਗਨੀਫਿਕੇਸ਼ਨ ਤੁਸੀਂ ਇਨਕਰੀਜ਼ ਕਰਨੀ ਹੋਵੇ ਤਾਂ ਤੁਸੀਂ ਕੀ ਕਰ ਸਕਦੇ ਹੋ। ਤਾਂ ਜਿਹੜੀ ਦੇਖੋ ਫੋਕਲ ਲੈਂਥ ਨਿਚਲੇ ਪਾਸੇ ਹੈ, ਤਾਂ ਜੇ ਫੋਕਲ ਲੈਂਥ ਆਪਾਂ ਡਿਕਰੀਜ਼ ਕਰਾਂਗੇ ਨਿਚਲੇ ਪਾਸੇ ਹੋਣ, ਕਿਉਂਕਿ ਇਹਨੂੰ ਜੇ ਘਟਾਵਾਂਗੇ ਤਾਂ ਮੈਗਨੀਫਿਕੇਸ਼ਨ ਇਨਕਰੀਜ਼ ਹੋਊਗੀ। ਦੈਟਸ ਵਾਈ ਆਪਾਂ ਸਮੌਲ ਫੋਕਲ ਲੈਂਥ ਦੇ ਹੀ ਕਨਵੈਕਸ ਲੈਂਸ ਯੂਜ਼ ਕਰਦੇ ਆ ਸਿੰਪਲ ਮਾਈਕਰੋਸਕੋਪ ਦੇ ਵਿੱਚ। ਓਕੇ, ਤਾਂ ਬਹੁਤ ਵਾਰੀ ਹੁਣ ਕੁਐਸਚਨ ਆ ਰਿਹਾ ਹੈ ਐਗਜ਼ਾਮ ਦੇ 'ਚ, ਇਮੇਜ ਫਾਰਮਡ ਬਾਈ ਸਿੰਪਲ ਮਾਈਕਰੋਸਕੋਪ, ਵੀ ਜਿਹੜਾ ਸਿੰਪਲ ਮਾਈਕਰੋਸਕੋਪ ਆ ਫਾਈਨਲ ਕਿਹੜੀ ਇਮੇਜ ਬਣਾ ਰਿਹਾ ਬੇਟਾ, ਤਾਂ ਵਰਚੁਅਲ ਇਮੇਜ ਬਣਾਉਂਦਾ ਹੈ, ਇਰੈਕਟ ਇਮੇਜ ਬਣਾ ਰਿਹਾ ਤੇ ਮੈਗਨੀਫਾਈਡ ਇਮੇਜ ਬਣਾਉਂਦਾ ਹੈ। ਇਹ ਆਪਸ਼ਨ ਬਸ ਦੇਖੂਗਾ ਤੁਹਾਨੂੰ। ਦੇਖੋ ਮਾਈਕਰੋਸਕੋਪ ਹੈ ਤਾਂ ਤੁਹਾਨੂੰ ਪਤਾ ਮਾਈਕਰੋਸਕੋਪ ਦਾ ਯੂਜ਼ ਆਪਾਂ ਮੈਗਨੀਫਾਈ ਥਿੰਗਸ ਕਰਨ ਲਈ ਹੀ ਕਰਦੇ ਹਾਂ। ਓਕੇ, ਤਾਂ ਮਾਈਕਰੋਸਕੋਪ ਮੈਗਨੀਫਾਈ ਤਾਂ ਕਰੂਗਾ ਬਟ ਇਹਦੇ 'ਚ ਵਰਚੁਅਲ ਤੇ ਇਰੈਕਟ ਇਮੇਜ ਬਣਦੀ ਹੁੰਦੀ ਹੈ ਸਿੰਪਲ ਮਾਈਕਰੋਸਕੋਪ ਦੇ ਵਿੱਚ। ਹੁਣ ਇਹਨਾਂ ਦਾ ਯੂਜ਼ ਕਿੱਥੇ ਕਿੱਥੇ ਹੋ ਰਿਹਾ ਸਿੰਪਲ ਮਾਈਕਰੋਸਕੋਪ ਦਾ, ਇਟ ਇਜ਼ ਯੂਜ਼ਡ ਇਨ ਪੈਡੋਲੋਜੀ, ਮਤਲਬ ਜਿਹੜੀ ਆਪਾਂ ਸੋਇਲ ਦੀ ਸਟੱਡੀ ਕਰਦੇ ਹਾਂ ਵੀ ਕਿੰਨੀ ਕੁ ਅੱਛੀ ਸੋਇਲ ਹੈਗੀ ਇੱਕ ਰੀਜਨ ਦੀ, ਤਾਂ ਉਹਦੇ ਵਾਸਤੇ ਆਪਾਂ ਇਹ ਆਪਣਾ ਸਿੰਪਲ ਮਾਈਕਰੋਸਕੋਪ ਦਾ ਯੂਜ਼ ਕਰਦੇ ਹਾਂ। ਇਟ ਇਜ਼ ਯੂਜ਼ਡ ਬਾਏ ਡਰਮਾਟੋਲੋਜਿਸਟ
टू फाइंड आउट वेरीअस स्किन डिजीज ਜਿਹੜੇ ਡਰਮਟੋਲੋਜਿਸਟ ਹੁੰਦੇ ਨੇ ਸਕਿਨ ਸਪੈਸ਼ਲਿਸਟ ਡਾਕਟਰ ਹੁੰਦੇ ਨੇ ਡੀਅਰ ਤਾਂ ਉਹਨਾਂ ਦੇ ਸਕਿਨ ਵਗੈਰਾ ਚੈੱਕ ਕਰਨ ਦੇ ਲਈ ਡਿਜ਼ੀਜ਼ ਵਗੈਰਾ ਇਹ ਆਪਾਂ ਸਿੰਪਲ ਮਾਈਕਰੋਸਕੋਪ ਦਾ ਹੀ ਯੂਜ਼ ਕਰਦੇ ਹੁੰਦੇ ਆ ਓਕੇ ਤਾਂ ਨੈਕਸਟ ਪੁਆਇੰਟ ਦੇਖੋ it is used in microbiology to study samples of algae and fungi etc ਵੀ ਜਿਹੜੇ ਮਾਈਕਰੋਬਾਇਓਲੋਜੀ 'ਚ ਐਲਗੀ ਤੇ ਫੰਜਾਈ ਨੂੰ ਆਪਾਂ ਨੇ ਸਟੱਡੀ ਕਰਨਾ ਹੈ ਬੇਸਿਕਲੀ ਤਾਂ ਉਹਦੇ ਲਈ ਵੀ ਆਪਾਂ ਸਿੰਪਲ ਮਾਈਕਰੋਸਕੋਪ ਦੇ ਯੂਜ਼ ਕਰਦੇ ਆ it is used by jewelers to get a magnified view of fine parts of the jewelry ਤੁਸੀਂ ਕਈ ਵਾਰ ਦੇਖਿਆ ਹੋਗਾ ਜਿਹੜਾ ਜਿਊਲਰ ਹੁੰਦਾ ਉਹਦੇ ਕੋਲ ਸਿੰਪਲ ਜਿਹਾ ਗਲਾਸ ਹੁੰਦਾ ਹੈਂਡੀ ਜਿਹਾ ਗਲਾਸ ਹੁੰਦਾ ਤਾਂ ਉਹ ਜਿਵੇਂ ਕੋਈ ਗੋਲਡ ਦਾ ਤੁਸੀਂ ਕੁਝ ਲੈ ਕੇ ਗਏ ਤਾਂ ਉਹਦੇ ਕੋਲ ਜ਼ੂਮ ਕਰਕੇ ਦੇਖਦਾ ਹੁੰਦਾ ਬੇਸਿਕਲੀ ਬਾਕੀ ਓਰੀਜਨਲ ਹੈਗਾ ਜਾਂ ਨਹੀਂ ਹੈਗਾ ਓਕੇ ਤਾਂ ਮਤਲਬ ਇਹੀ ਹੁੰਦਾ ਆਪਣਾ ਇਹ ਆਪਣੇ ਸਾਰੇ ਸਿੰਪਲ ਮਾਈਕਰੋਸਕੋਪ ਦਾ ਹੀ ਯੂਜ਼ ਕਰਦੇ ਨੇ ਓਕੇ ਡੀਅਰ ਤਾਂ ਹੁਣ ਆ ਗਿਆ ਆਪਣੇ ਕੋਲ ਕੰਪਾਊਂਡ ਮਾਈਕਰੋਸਕੋਪ देखो सिंपल माइक्रोस्कोप ज़्यादा थिंग्स ਨੂੰ मैगनीफाई नहीं कर पाता तो बहुत ज़्यादा ਜਿਹੜੇ ਸਮੋਲ थिंग्स ਹੁੰਦੀਆਂ ਨੇ ਉਹਨੂੰ ਲਾਰਜ ਦੇਖਣ ਦੇ ਲਈ ਆਪਾਂ ਕੰਪਾਊਂਡ ਮਾਈਕਰੋਸਕੋਪ ਦਾ ਯੂਜ਼ ਕਰਦੇ ਆ ਓਕੇ ਤਾਂ ਐਜ਼ ਕੰਪੇਅਰ ਟੂ ਅ ਸਿੰਗਲ ਲੈਂਸ ਆ ਕੰਪਾਊਂਡ ਮਾਈਕਰੋਸਕੋਪ ਗਿਵਸ ਗ੍ਰੇਟਰ ਮੈਗਨੀਫਿਕੇਸ਼ਨ ਤਾਂ ਤੁਹਾਨੂੰ ਪਤਾ ਹੈ ਕੰਪਾਊਂਡ ਮਾਈਕਰੋਸਕੋਪ ਦੀ ਮੈਗਨੀਫਿਕੇਸ਼ਨ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਸਿੰਪਲ ਆਪਣੇ ਸਿੰਪਲ ਆਪਣਾ ਮਾਈਕਰੋਸਕੋਪ ਨਾਲ ਓਕੇ ਉਸ ਤੋਂ ਬਾਅਦ ਕਹਿ ਰਿਹਾ ਜਿਹੜਾ ਕੰਪਾਊਂਡ ਮਿਰਰ ਹੁੰਦਾ ਨਾ ਬੇਸਿਕਲੀ ਜੇ ਮੈਂ ਤੁਹਾਨੂੰ ਇਹਦਾ ਡਾਇਗਰਾਮ ਦਿਖਾਵਾਂ ਕੰਪਾਊਂਡ ਮਿਰਰ ਦੇ ਵਿੱਚ ਦੋ ਤਰ੍ਹਾਂ ਦੇ ਲੈਂਸ ਯੂਜ਼ ਹੁੰਦੇ ਨੇ ਦੋਹੇ ਕਨਵੈਕਸ ਲੈਂਸ ਨੇ ਇੱਕ ਗੱਲ ਯਾਦ ਰੱਖਿਓ ਓਕੇ ਤਾਂ ਓਬਜੈਕਟਿਵ ਲੈਂਸ ਹੈ ਜਿਹਦੇ ਨੀਅਰ ਆਪਣਾ ਓਬਜੈਕਟ ਪਿਆ ਹੁੰਦਾ ਉਸ ਨੂੰ ਆਪਾਂ ਓਬਜੈਕਟਿਵ ਲੈਂਸ ਕਹਿੰਦੇ ਆ ਜਿਹਦੇ ਨੀਅਰ ਦੇਖੋ ਆਪਣੀ ਆਈ ਪਈ ਹੈ ਤਾਂ ਉਹਨੂੰ ਆਪਾਂ ਆਈ ਲੈਂਸ ਬੋਲਦੇ ਆ ਤਾਂ ਇੰਨੀ ਗੱਲ ਯਾਦ ਰੱਖਿਓ ਬਹੁਤ ਵਾਰੀ ਐਗਜ਼ਾਮ 'ਚ ਕੁਐਸਚਨ ਆਉਂਦਾ ਵੀ ਕੰਪਾਊਂਡ ਮਾਈਕਰੋਸਕੋਪ ਦੇ ਵਿੱਚ ऑब्जेक्टिव ਲੈਂਸ ਹੈ ਜਿਹੜਾ ਦੇਖੋ ਇਹਦਾ ਸਾਈਜ਼ ਵੀ ਛੋਟਾ ਹੈਗਾ ਅਪਰਚਰ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਇਹਦੀ ਫੋਕਲ ਲੈਂਥ ਵੀ ਛੋਟੀ ਹੁੰਦੀ ਹੈ ਓਕੇ ਤਾਂ ਦੇਖੋ ਐਫ ਸਾਈਜ਼ ਆਪਾਂ ਨੇ ਬਹੁਤ ਨੇੜੇ ਲੱਗਿਆ ਹੋਇਆ ਠੀਕ ਹੈ ਤਾਂ ਇਹਦੀ ਫੋਕਲ ਲੈਂਥ ਵੀ ਘੱਟ ਹੁੰਦੀ ਆ ऑब्जेक्टिव ਲੈਂਸ ਦੀ ਐਜ਼ ਕੰਪੇਅਰ ਟੂ ਆਈ ਲੈਂਸ ਤੇ ਇਹਦਾ ਅਪਰਚਰ ਵੀ ਛੋਟਾ ਹੁੰਦਾ ਜਦ ਕਿ ਜੇ ਆਪਾਂ ਆਈ ਲੈਂਸ ਦੀ ਗੱਲ ਕਰੀਏ ਤਾਂ ਆਈ ਲੈਂਸ ਦਾ ਅਪਰਚਰ ਵੀ ਬੜਾ ਹੈਗਾ ਤੇ ਉਸ ਤੋਂ ਬਾਅਦ ਇਹਦੀ ਫੋਕਲ ਲੈਂਥ ਵੀ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਆਬਜੈਕਟਿਵ ਲੈਂਸ ਤਾਂ ਯਾਦ ਰੱਖੋ ਆਬਜੈਕਟਿਵ ਲੈਂਸ ਦੇ ਵਿੱਚ ਜਿਹੜੀ ਫੋਕਲ ਲੈਂਥ ਹੈਗੀ ਹੈ ਉਹ ਛੋਟੀ ਹੁੰਦੀ ਹੈ ਤੇ ਅਪਰਚਰ ਵੀ ਛੋਟਾ ਹੁੰਦਾ ਜਦ ਕਿ ਆਈ ਲੈਂਸ ਦੇ ਵਿੱਚ ਜਿਹੜਾ ਅਪਰਚਰ ਹੁੰਦਾ ਉਹ ਆਪਣਾ ਬੜਾ ਹੁੰਦਾ ਤੇ ਆਪਣਾ ਜਿਹੜਾ ਫੋਕਲ ਲੈਂਥ ਹੁੰਦੀ ਹੈ ਉਹ ਵੀ ਕੀ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਓਕੇ ਤਾਂ ਧਿਆਨ ਨਾਲ ਦੇਖੋ ਮੈਂ ਇਹੀ ਪੁਆਇੰਟ ਲਿਖੇ ਹੋਏ ਨੇ ਥਿਊਰੀ ਦੇ ਵਿੱਚ ਇਨ ਕੰਪਾਊਂਡ ਮਾਈਕਰੋਸਕੋਪ ਐਜ਼ ਕੰਪੇਅਰ ਟੂ ਆਈ ਲੈਂਸ ਆਬਜੈਕਟਿਵ ਲੈਂਸ ਹੈਜ਼ ਅ ਸਮਾਲ ਫੋਕਲ ਲੈਂਥ ਤਾਂ ਬਹੁਤ ਹੀ ਸਿੱਧਾ ਕੁਐਸਚਨ ਆਉਂਦਾ ਵੀ ਆਈ ਲੈਂਸ ਦੇ ਕੰਪੈਰੀਜ਼ਨ ਜਿਹੜਾ ਆਪਣਾ ਬੇਸਿਕਲੀ ਆਪਣਾ ਆਬਜੈਕਟਿਵ ਲੈਂਸ ਉਹਦੀ ਫੋਕਲ ਲੈਂਥ ਸਮਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਦੇਖੋ ਇਨ ਕੰਪਾਊਂਡ ਮਾਈਕਰੋਸਕੋਪ ਦੀ ਫੋਕਲ ਲੈਂਥ ਆਫ ਦੀ ऑब्जेक्टिव ਲੈਂਸ ਇਜ਼ ਸ਼ਾਰਟ ਐਂਡ ਸਮੋਲ ਅਪਰਚਰ ਤਾਂ ਮੈਂ ਤੁਹਾਨੂੰ ਹੁਣੀ ਦੱਸਿਆ ਵੀ ਕੰਪਾਊਂਡ ਮਾਈਕਰੋਸਕੋਪ ਦੇ ਵਿੱਚ ਜਿਹੜੀ ਆਪਣਾ ऑब्जेक्टिव ਲੈਂਸ ਹੁੰਦਾ ਉਹਦਾ ਸਮੋਲ ਅਪਰਚਰ ਹੁੰਦਾ ਤੇ ਸ਼ਾਰਟ ਹੀ ਕੀ ਹੁੰਦੀ ਹੈ ਫੋਕਲ ਲੈਂਥ ਹੁੰਦੀ ਹੈ ਬੇਟਾ ਓਕੇ ਤਾਂ ਇਹ ਡਾਇਗਰਾਮ ਨੂੰ ਜੇ ਤੁਸੀਂ ਧਿਆਨ ਨਾਲ ਸਮਝੋਗੇ ਦੇਖੋ ਬੇਟਾ ਤਾਂ ਪਹਿਲਾ ऑब्जेक्टिव ਲੈਂਸ ਦੀ ਗੱਲ ਕਰੀਏ ਬੇਸਿਕਲੀ ਆਪਾਂ ਤਾਂ ऑब्जेक्टिव ਲੈਂਸ ਦੇ ਜਦੋਂ ਰੇਜ਼ ਰੀਫਰੈਕਟ ਹੋਈਆਂ ਬੇਟਾ ਤਾਂ ਇੱਕ ਪੁਆਇੰਟ ਦੇ ਕੇ ਮੀਟ ਕਰ ਗਿਆ ਤਾਂ ਜਦੋਂ ਇੱਕ ਪੁਆਇੰਟ ਦੇ ਮੀਟ ਕੀਤੇ ਨੇ ਤਾਂ ਬਿਲਕੁਲ ਰੀਅਲ ਇਮੇਜ ਬਣੂਗੀ ਹੈ ਨਾ ਰੀਅਲ ਬਣ ਗਈ ਇਨਵਰਟਿਡ ਬਣ ਗਈ ਤੁਹਾਡੇ ਸਾਹਮਣੇ ਏ ਬੀ ਕਿੱਥੇ ਪਿਆ ਉਰੇ ਏ ਬੀ ਹੈਗਾ ਦੇਖੋ ਪਲਟ ਗਿਆ ਹੈ ਨਾ ਬੇਟਾ ਬੀ ਏ ਹੋ ਗਿਆ ਉਰੇ ਤਾਂ ਦੈਟਸ ਵਾਈ ਇਨਵਰਟਿਡ ਇਮੇਜ ਬਣ ਗਈ ਤੇ ਮੈਗਨੀਫਾਈਡ ਇਮੇਜ ਤਾਂ ਹੈਗੀ ਆ ਤਾਂ ਰੀਅਲ ਬਣੀ ਇਮੇਜ ਇਨਵਰਟਿਡ ਬਣੀ ਤੇ ਮੈਗਨੀਫਾਈਡ ਬਣੀ ਹੁਣ ਇਹੀ ਇਮੇਜ ਨਾ ਬੇਟਾ ਐਕਟ ਕਰਦੀ ਹੈ ਇਸ ਆਈ ਲੈਂਸ ਦੇ ऑब्जेक्ट की तरह तो उरो रेज जी आ रही ने बेसिकली तो उरे रेज उरे इमेज बन जूगी जेडी की बन रहा है बिल्कुल वर्चुअल बन रहा है क्योंकि रियल तो मीट कर नहीं रही अपनी विद रिस्पैक्ट टू दिस ऑब्जेक्ट इनवर्टिड इमेज हैगी है ओके तो इनलार्ज हैगी है ओके मतलब बड़ी इमेज बनी हैगी है ओके तो फाइनल इमेज ਜਿਹੜੀ ਆਪਣੀ ਕੰਪਾਊਂਡ ਮਾਈਕਰੋਸਕੋਪ ਦੇ ਵਿੱਚ ਕ੍ਰੀਏਟ ਹੋਈ ਹੈ ਉਹ ਵਰਚੁਅਲ ਹੋਈ ਹੈ ਤੇ ਉਸ ਤੋਂ ਬਾਅਦ ਵਰਚੁਅਲ ਹੋਈ ਹੈ ਬੇਟਾ ਫਾਈਨਲ ਇਮੇਜ ਤੇ ਆਪਣੀ ਇਨਵਰਟਿਡ ਹੋਈ ਹੈ ਓਕੇ ਤੇ ਉਸ ਤੋਂ ਬਾਅਦ ਆਪਣੀ ਇਨਲਾਰਜ ਤਾਂ ਯਾਦ ਰੱਖਿਓ ਜਿਹੜਾ ਆਪਾਂ ਨੇ ਹੁਣੀ ਪਹਿਲਾਂ ਮਿਰਰ ਕੀਤਾ ਸੀਗਾ ਸਿੰਪਲ ਮਾਈਕਰੋਸਕੋਪ ਉਹਦੇ ਵਿੱਚ ਵਰਚੁਅਲ ਬਣੀ ਸੀਗੀ ਤੇ ਆਪਣੀ ਇਰੈਕਟ ਬਣੀ ਸੀਗੀ ਤੇ ਫੁੱਲ ਮਤਲਬ ਮੈਗਨੀਫਾਈਡ ਬਣੀ ਸੀਗੀ ਕੰਪਾਊਂਡ ਦੇ ਵਿੱਚ ਵੀ ਫਾਈਨਲ ਇਮੇਜ ਵਰਚੁਅਲ ਬਣਦੀ ਹੈ ਓਕੇ
ਤੇ ਇਨਵਰਟਿਡ ਬਣ ਰਿਹਾ, ਬਸ ਇੱਕ ਵਰਡ ਦਾ ਫਰਕ ਹੈ, ਇਨਵਰਟਿਡ ਬਣਦੀ ਹੈ ਓਕੇ, ਤੇ ਉਸ ਤੋਂ ਬਾਅਦ ਆਪਣਾ ਮੈਗਨੀਫਾਈਡ ਬਣ ਰਹੀ ਹੈ, ਮਤਲਬ ਮੈਗਨੀਫਾਈਡ ਬਣ ਰਹੀ ਹੈ ਓਕੇ। ਤਾਂ ਇਹਦੇ ਨਾਲ ਕਈ ਵਾਰ ਕੰਪਾਊਂਡ ਮਾਈਕਰੋਸਕੋਪ ਦੇ ਵਿੱਚ ਇੰਟਰਮੀਡੀਏਟ ਬਾਰੇ ਵੀ ਪੁੱਛ ਲੈਂਦਾ ਹੁੰਦਾ, ਇਸ ਨੂੰ ਤੁਸੀਂ ਇੰਟਰਮੀਡੀਏਟ ਸਟੇਟ ਵੀ ਕਹਿ ਦਿੰਦੇ ਹੁੰਦੇ ਹੋ। ਤਾਂ ਕਈ ਵਾਰ ਬਹੁਤ ਵਾਰ ਕੁਐਸਚਨ ਆਉਂਦਾ ਵੀ ਕੰਪਾਊਂਡ ਮਾਈਕਰੋਸਕੋਪ ਦੇ ਵਿੱਚ ਇੰਟਰਮੀਡੀਏਟ ਜਿਹੜਾ ਆਪਣੀ ਇਮੇਜ ਬਣਦੀ ਹੈ ਤਾਂ ਉਹ ਕਿਹੜੀ ਬਣ ਰਹੀ ਹੈ, ਰੀਅਲ, ਇਨਵਰਟਿਡ ਤੇ ਮੈਗਨੀਫਾਈਡ ਇਮੇਜ ਬਣਦੀ ਹੈ, ਇੰਨੀ ਗੱਲ ਯਾਦ ਰੱਖਿਓ ਓਕੇ। ਤਾਂ ਰੀਅਲ ਬਣਦੀ ਹੈ ਆਪਣੇ ਪਹਿਲਾਂ ਇੰਟਰਮੀਡੀਏਟ ਤੋਂ ਬਾਅਦ, ਤੇ ਫਾਈਨਲ ਇਮੇਜ ਵਰਚੁਅਲ ਬਣਦੀ ਹੈ, ਤੇ ਇਨਵਰਟਿਡ ਹਮੇਸ਼ਾ ਬਣੂਗੀ ਤੇ ਇਹਦੇ ਵਿੱਚ ਮੈਗਨੀਫਾਈਡ ਇਮੇਜ ਬਣਦੀ ਹੈ। ਬਿਲਕੁਲ ਐਵਰੀਵਨ ਓਕੇ। ਤਾਂ ਇਹੀ ਪੁਆਇੰਟ ਮੈਂ ਥਿਊਰੀ ਪੁਆਇੰਟ ਬਣਾ ਕੇ ਲਿਖੇ ਹੋਏ ਨੇ, ਤਾਂ ਬਹੁਤ ਵਾਰੀ ਐਗਜ਼ਾਮ 'ਚ ਕੁਐਸਚਨ ਆਉਂਦਾ ਇਮੇਜ ਫਾਰਮਡ ਬਾਏ ऑब्जेक्टिव लेंस और इंटरमीडिएट स्टेज। तो ये रियल इमेज बनूगी, इनवर्टिड बनेगी तो मैगनीफाइड बनेगी, बिल्कुल ओके। तो फाइनल इमेज फॉर्मड बाय कंपाउंड माइक्रोस्कोप, बिल्कुल फाइनल इमेज कि बन रही है, वर्चुअल बनती है, इनवर्टिड बनती है तो लार्ज बनूगी, बिल्कुल ओके। तो इस तरीके नाल अपना ये इमेजिज हो गई। तो जे थोड़े कोल दो तरह के अपने लवे बेसिकली मैगनीफिकेशन होवे, एम नोट रिप्रजेंट कर रहा है मैगनीफिकेशन ऑफ ऑब्जेक्टिव लेंस, तो एम ई रिप्रजेंट कर रहा है मैगनीफिकेशन ऑफ आई लेंस। तो ये दोहां की कंबाइन मैगनीफाइंग पावर की होती है एम नोट इंटू एम ई, याद रखियो ये मल्टीप्लाई कर देंगे ने दोहां की मैगनीफिकेशन। तो उस तो बाद याद रखियो एम का फॉर्मूला की होंगे एल अपॉन एफ नोट इंटू डी अपॉन एफ ई। तो बेसिकली उरे एल होगा जोड़ा वो ट्यूब का जोड़ा डिस्टेंस जा होंदा दोहां लेंस के विचकार दा, तो जिन्ना ज़्यादा इनू ग्रेटर करी जावांगे तो मैगनीफाइंग पावर ये उन्नी ज़्यादा इंक्रीज़ हो जाऊगी। तो जद कि फोकल लेंथ जे आप जिन्नी ज़्यादा डिक्रीज़, चाहे वो ऑब्जेक्टिव लेंस है चाहे वो अपना आई लेंस है, तो अपनी जी मैगनीफिकेशन पावर है वो इंक्रीज़ करूँगा। जे आप फोकल लेंथ नू डिक्रीज़ करांगे तो माइक्रोस्कोप दे विच मैगनीफाइंग पावर इंक्रीज़ हो जाती होंदी है, बिल्कुल ओके। तो हुण आपां इहदे ऑब्जेक्टिव क्वेश्चन करने स्टार्ट करते हैं। तो 107 क्वेश्चन देखो, इलैक्ट्रॉन माइक्रोस्कोप वॉज इन्वेंटेड बाय। तो देखो एक सिंपल माइक्रोस्कोप है, एक इलैक्ट्रॉन माइक्रोस्कोप है। तो इलैक्ट्रॉन माइक्रोस्कोप कनॉल ने एंड रस्का ने ना दे परसन ने इन्वेंट किया सीगा। तो ए ऑप्शन कनॉल ने एंड रस्का ना दे परसन ने तुसी टिक लगा सकते हो ओके। नैक्सट, वट इज़ व्यूड थ्रू एन इलैक्ट्रॉन माइक्रोस्कोप। ये क्वेश्चन थोड़ा रिपीट ते आ गया। इलैक्ट्रॉन माइक्रोस्कोप के थ्रू आप स्ट्रक्चर ऑफ बैक्टीरिया एंड वायरस नू देख सकते हैं। तो बी ऑप्शन के उत्ते तुसी टिक लगा सकते हो ओके। नैक्सट क्वेश्चन देखो, मैगनीफाइंग पावर ऑफ आ सिंपल माइक्रोस्कोप इज। तो आप हुणी डिस्कस किया सीगा थ्योरी दे विच सिंपल माइक्रोस्कोप। तो सिंपल माइक्रोस्कोप की मैगनीफिकेशन 1 + डी अपॉन एफ होंदी है। तो बी ऑप्शन 1 + डी अपॉन एफ के उत्ते तुसी टिक लगा दोगे ओके। तो 110वां क्वेश्चन देखो, इफ इन कंपाउंड माइक्रोस्कोप M1 एंड M2 बी दी लीनियर मैगनीफिकेशन ऑफ दी ऑब्जेक्टिव लेंस एंड आई लेंस रेस्पैक्टिवली, दैन मैगनीफाइंग पावर ऑफ द कंपाउंड माइक्रोस्कोप विल बी। तो सिंपल कहना चाहता है कंपाउंड माइक्रोस्कोप दे विच M1 ते M2 जे दो अपनिया मैगनीफिकेशनस ने ऑब्जेक्टिव लेंस ते आई लेंस दियाँ, तो इन्हां दी कंबाइन मैगनीफिकेशन की होएगी, मैं हुणी डिस्कस किया सीगा। तो दोहां नूं आपां मल्टीप्लाई कर दांगे M1 इंटू M2, दोहां नूं मल्टीप्लाई करके ही अपने लवे कंप्लीट मैगनीफिकेशन आ जाती हुंदी है ओके। नैक्सट, when the length of a microscope tube increases its magnifying power की हो जाती है, डिक्रीज हो जाती होंगी है। तो सिंपल माइक्रोस्कोप के जिमें जिमें आप ट्यूब लेंथ इंक्रीज करी जावांगे तो मैगनीफाइंग पावर की हो जाती है, डिक्रीज हो जाती होंगी है। तो ये ऑप्शन दे तुसीं टिक लगा दोगे। नैक्सट, विच ऑफ द फॉलोइंग कैन नॉट बी सीन बाय माइक्रोस्कोप। तो माइक्रोस्कोप दे नाल देखो यू नो वैरी वैल स्मॉल स्मॉल थिंग्स नूं आपां देखदे हुंदे आ। तो ये आप देखो कहने समॉल नीयरली ऑब्जैक्ट ਜਿਹੜੇ बहुत ज़्यादा स्मॉल ऑब्जैक्ट ने, बैक्टीरिया भी देख सकते हैं, सैल तो वायरस भी दे, बट स्टार्स नहीं देख सकते। तो सी ऑप्शन के उत्ते टिक लग जूगा स्टार्स के उत्ते ओके। नैक्सट क्वेश्चन देखो बेटा,
ਸਿੰਪਲ ਮਾਈਕਰੋਸਕੋਪ ਹੈ, ਯੂ ਨੋ ਵੈਰੀ ਵੈਲ, ਆਪਾਂ ਨੇ ਹੁਣੇ ਡਿਸਕਸ ਕੀਤਾ ਸੀਗਾ ਵੀ ਸਿੰਪਲ ਜਿਹੜਾ ਮਾਈਕਰੋਸਕੋਪ ਹੈ ਉਸ ਦੇ ਵਿੱਚ ਸਿਰਫ ਕਨਵੈਕਸ ਲੈਂਸ ਯੂਜ਼ ਹੁੰਦਾ, ਉਹ ਵੀ ਇੱਕ ਕਨਵੈਕਸ ਲੈਂਸ। ਤਾਂ ਸੀ ਆਪਸ਼ਨ 1 ਕਨਵੈਕਸ ਲੈਂਸ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਬੇਟਾ। ਜੇ ਤੁਹਾਨੂੰ ਪਤਾ ਹੋਵੇ ਸਾਰੇ ਪ੍ਰੀਵੀਅਸ ਈਅਰ ਐਗਜ਼ਾਮ ਦੇ ਹੀ ਕੁਐਸਚਨ ਨੇ, ਮੈਂ ਬਹੁਤ ਕਲੈਕਸ਼ਨ ਕੀਤੀ ਹੈ ਸਾਰੇ ਕੁਐਸਚਨਸ ਦੀ ਵੀ, ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦੇ ਐਗਜ਼ਾਮ ਵਿੱਚ ਆਏ ਹੋਏ ਕੁਐਸਚਨ ਦੀ प्रिपरेशन हो सके। बहुत बेस्ट नोट्स ने। जे थोनू वीडियो बहुत ज़्यादा पसंद आ रही है तो वीडियो नू लाइक जरूर करो, तो अगे वीडियो नू शेयर भी करो, तो कमेंट सैक्शन च कमेंट भी ऐड करा करो भी तां जो मेरी मोटिवेशन ज़्यादा इंक्रीज होवे। नैक्सट द फाइनल इमेज ऑफ अ सिंपल माइक्रोस्कोप इज, तुहानूं पता ही है सिंपल माइक्रोस्कोप दे विच जिहड़ी इमेज बनती है वो अपनी वर्चुअल बनूगी, तो इरैक्ट बनती है, तो उस तो बाद मैगनीफाइड बनती है। तो वर्चुअल इरैक्ट ते मैगनीफाइड अपनी सिंपल माइक्रोस्कोप विच बनती है। तो अपना सी ऑप्शन वर्चुअल मैगनीफाइड ते इरैक्ट दे उत्ते तुसीं टिक लगा दोगे। आपां थ्योरी पॉइंट पहला डिस्कस कर चुके हैं, दैट्स मैं पहला थ्योरी पॉइंट डिस्कस किए ने, क्योंकि थोड़ा थ्योरी विच पता हुंदा तो ऑब्जेक्टिव सॉल्व करना बहुत ईजी हो जाता हुंदा है। ओके, तो नैक्सट देखो डियर, वट इज़ कंपाउंड माइक्रोस्कोप। तो कंपाउंड माइक्रोस्कोप विच थोनू पता है भी अपने कोल दो सैट ऑफ लैंसिस होंदे ने, एक नूं आपां ऑकुलर बोलदे ने, ऑकुलर मतलब ऑब्जैक्टिव लैंस हुंदा, एक अपना हुंदा आई लैंस। तो बी ऑप्शन दे उत्ते तुसीं टिक लगा दोगे भी माइक्रोस्कोप जिहदे लवे दो कन्वैक्स लैंस हुंदे ने, एक ऑब्जैक्टिव लैंस, एक हुंदा आई लैंस हुंदा। नैक्सट, इन कंपाउंड माइक्रोस्कोप द फोकल लेंथ एंड अपर्चर ऑफ द ऑब्जैक्टिव ਲੈਂਸ ਯੂਜ਼ਡ ਇਜ਼ ਰਿਸਪੈਕਟਿਵਲੀ। ਤਾਂ ਜਿਹੜਾ ਤੁਹਾਨੂੰ ਪਤਾ ਕੰਪਾਊਂਡ ਦੇ ਵਿੱਚ ਮਿਰਰ ਦੇ ਵਿੱਚ ਆਪਾਂ ਨੇ ਕੰਪਾਊਂਡ ਆਪਾਂ ਨੇ ਮਾਈਕਰੋਸਕੋਪ ਵੀ ਯੂਜ਼ ਕੀਤਾ ਸੀਗਾ ਹੈ ਨਾ, ਮੂਹਰੇ ਆਪਾਂ ਨੇ ਆਬਜੈਕਟਿਵ ਲੈਂਸ ਰੱਖਿਆ ਸੀਗਾ, ਫਿਰ ਆਪਣਾ ਆਈ ਲੈਂਸ ਸੀਗਾ। ਤਾਂ ਇਹਦਾ ਦੇਖੋ ਅਪਰਚਰ ਵੀ ਛੋਟਾ ਹੈਗਾ ਤੇ ਇਹਦੀ ਫੋਕਲ ਲੈਂਥ ਵੀ ਸਮੋਲ ਹੈਗੀ ਹੈ। ਤਾਂ ਸ਼ਾਰਟ ਤੇ ਸਮੋਲ, ਤਾਂ ਡੀ ਆਪਸ਼ਨ ਸ਼ਾਰਟ ਤੇ ਸਮੋਲ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਓਕੇ, ਨੈਕਸਟ, इन कंपाउंड माइक्रोस्कोप द इंटरमीडिएट इमेज इज, मैं तुहानूं पहला दस्सिया सी थ्योरी पॉइंट च भी इंटरमीडिएट इमेज पूछूगा, तो इंटरमीडिएट इमेज जिहड़ी हुंदी है कंपाउंड माइक्रोस्कोप दे विच ओह रियल हुंदी है बेटा, तो अपनी इनवर्टिड हुंदी है, तो उस तो बाद अपनी मैगनीफाइड हुंदी है। तो याद रखियो इंटरमीडिएट स्टेज अपनी रियल हुंदी है, इनवर्टिड हुंदी है, तो मैगनीफाइड हुंदी है। ओके, तो सी ऑप्शन दे उत्ते आपां टिक लगा सकदे हां। नैक्सट, विच ऑफ द फॉलोइंग फिनोमिना इज इनवॉल्वड इन कलैडियोस्कोप। तो कलैडियोस्कोप आपां जदों आपां ने प्लेन मिरर्स दी आपां ने करैक्टरिस्टिक्स पढ़ियां सीगियां, तो उहदे लिखिया सी कलैडियोस्कोप प्लेन मिरर यूज़ करदा कलैडियोस्कोप, तो उहदे च रिफ्लैक्शन दा फिनोमिना यूज़ हो रहा। तो बी ऑप्शन रिफ्लैक्शन दे उत्ते तुसीं टिक लगा दोगे। ओके, नैक्सट, सिंपल माइक्रोस्कोप कंसिस्ट ऑफ। तो सिंपल माइक्रोस्कोप लवे मैं पहला भी दस चुका, एक कन्वैक्स लेंस हुंदा है जिहदी फोकल लेंथ की हुंदी है स्मॉल हुंदी है। तो शॉर्ट फोकस कन्वैक्स लेंस, तो ए ऑप्शन दे उत्ते तुसीं टिक लगा दोगे शॉर्ट फोकस कन्वैक्स लेंस दे उत्ते। नैक्सट, पेरिस्कोप वर्क्स ऑन द प्रिंसिपल ऑफ, एक बड़ी फेमस डिवाइस है पेरिस्कोप। तो पेरिस्कोप दे विच देखो बेसिकली की हुंदा है अपना टोटल इंटरनल रिफ्लैक्शन हुंदा है। क्वेश्चन बहुत बारी एग्जाम च आ चुके आ भी पेरिस्कोप दे विच पेरिस्कोप किस फिनोमिना दे उत्ते वर्क करदा है, टोटल इंटरनल रिफ्लैक्शन दे उत्ते वर्क करदा है पेरिस्कोप डियर। ओके, नैक्सट, लाइट बीम विच इज़ हाईली डायरैक्शनल इज़ कॉल्ड। तो जी लाइट बीम बेटा हाईली डायरैक्शनल होंगे, मतलब इक्को डायरैक्शन वाल जाते, थोड़ा पता छोटे होंगे थोड़े लेज़र बहुत ज़्यादा चलाई होएगी। तो लेज़र की लाइट है जी हाईली डायरैक्शनल होंगी है। ये क्वेश्चन सारे प्रीवियस ईयर ने गल याद रखियो बेटा। ओके, नैक्सट, बोलोमीटर इज़ यूज टू मेजर। तो जी बोलोमीटर एक डिवाइस है बेटा, ये यूज टू मेजर टैंपरेचर नू मेजर करती है। तो बी ऑप्शन के उत्ते तुसीं टिक ला दोगे। देखो जरा नैक्सट क्वेश्चन है, ध्यान देखो, पेरिस्कोप वर्क्स ऑन द प्रिंसिपल ऑफ। तो उरे भी एक पेरिस्कोप वर्क्स ऑन द प्रिंसिपल, देखो दोवें सेम क्वेश्चन ने। ओके,
बट देखो टिक किते लग रहा हैगा पूरे पेरिस्कोप वर्क्स ऑन द प्रिंसिपल ऑफ टोटल इंटरनल रिफ्लैक्शन अपना 120 ਦੇ ਵਿੱਚ टोटल इंटरनल रिफ्लैक्शन ਦੇ ਉੱਤੇ ਆਪਾਂ ਟਿਕ ਲਗਾ ਰਹੇ ਹਾਂ ਓਕੇ ਜਦ ਕਿ ਆਪਾਂ ਇਸ ਕੁਐਸਚਨ ਦੇ ਵਿੱਚ ਦੇਖੀਏ 123rd ਕੁਐਸਚਨ ਪੈਰਿਸਕੋਪ ਵਰਕਸ ਔਨ ਦ ਪ੍ਰਿੰਸੀਪਲ ਆਫ ਰਿਫਲੈਕਸ਼ਨ ਆਫ ਲਾਈਟ ਦੇ ਉੱਤੇ ਵਰਕ ਕਰਦਾ ਤਾਂ ਗੱਲ ਯਾਦ ਰੱਖਿਓ ਜੇ ਟੋਟਲ ਇੰਟਰਨਲ ਰਿਫਲੈਕਸ਼ਨ ਪਿਆ ਹੈਗਾ ਤਾਂ ਟਿਕ ਜਿਹੜਾ ਲੱਗੂਗਾ TIR ਟੋਟਲ ਇੰਟਰਨਲ ਰਿਫਲੈਕਸ਼ਨ ਤੇ ਟਿਕ ਲੱਗੂਗਾ ਪੈਰਿਸਕੋਪ ਜਿਹੜਾ ਵਰਕ ਕਰਦਾ टोटल इंटरनल रिफ्लैक्शन ते वर्क करता जे TIR ऑप्शन च ना होवे फिर तुसी रिफ्लैक्शन दे उत्ते टिक लगाओगे ओके इन्नी गल याद रखियो नेक्स्ट डिस्टेंट ऑब्जेक्ट कैन बी सीन विद दी हेल्प ऑफ देखो छोटे ऑब्जेक्ट नूं देखना होवे ਤਾਂ ਆਪਾਂ ਮਾਈਕਰੋਸਕੋਪ ਦਾ ਯੂਜ਼ ਕਰਦਾ ਪਰ ਦੂਰ ਦੇ ਆਬਜੈਕਟ ਨੂੰ ਦੇਖਣਾ ਹੋਵੇ ਡੀਅਰ ਤਾਂ ਆਪਾਂ ਟੈਲੀਸਕੋਪ ਦਾ ਯੂਜ਼ ਕਰਦਾ ਤਾਂ B ਆਪਸ਼ਨ ਟੈਲੀਸਕੋਪ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਓਕੇ ਨੈਕਸਟ ਤਾਂ ਧਿਆਨ ਨਾਲ ਕੁਐਸਚਨ ਨੂੰ ਪੜੋ ਪਹਿਲਾਂ ਐਨ ਇਲੈਕਟ੍ਰੋਨ ਮਾਈਕਰੋਸਕੋਪ ਗਿਵਸ ਅ ਹਾਇਰ ਮੈਗਨੀਫਿਕੇਸ਼ਨ ਦੈਨ ਐਨ ਆਪਟੀਕਲ ਮਾਈਕਰੋਸਕੋਪ ਬਿਕੋਜ਼ ਤਾਂ ਆਪਾਂ ਨੂੰ ਪਤਾ ਜਿਹੜਾ ਇਲੈਕਟ੍ਰੋਨ ਮਾਈਕਰੋਸਕੋਪ ਹੈ ਉਹਦੇ ਚ ਮੈਗਨੀਫਿਕੇਸ਼ਨ ਕੀ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਆਪਟੀਕਲ ਮਾਈਕਰੋਸਕੋਪ ਉਹ ਕਿਉਂ ਹੁੰਦੀ ਹੈ ਆਪਸ਼ਨ ਗਿਵਨ ਨੇ ਤੁਹਾਡੇ ਸਾਹਮਣੇ ਨੋਟ ਕਰ ਸਕਦੇ ਹੋ ABCD ਆਪਸ਼ਨ ਤਾਂ ਇਹ ਬੇਸਿਕਲੀ ਕੀ ਹੁੰਦਾ ਨਾ ਜਿਹੜਾ ਆਪਣਾ ਵੇਵਲੈਂਥ ਹੁੰਦੀ ਹੈ ਇਲੈਕਟ੍ਰੋਨਸ ਦੀ ਵੇਵਲੈਂਥ ਆਫ ਇਲੈਕਟ੍ਰੋਨ ਇਜ਼ ਸਮੋਲਰ ਐਜ਼ ਕੰਪੇਅਰ ਟੂ ਵੇਵਲੈਂਥ ਆਫ ਵਿਜ਼ੀਬਲ ਲਾਈਟ ਤਾਂ ਜਿਹੜੀ ਇਲੈਕਟ੍ਰੋਨਸ ਦੀ ਵੇਵਲੈਂਥ ਹੁੰਦੀ ਹੈ ਇਹ ਜ਼ਿਆਦਾ ਸਮੋਲ ਹੁੰਦੀ ਹੈ ਐਜ਼ ਕੰਪੇਅਰ ਟੂ ਵਿਜ਼ੀਬਲ ਲਾਈਟ ਦੀ ਵੇਵਲੈਂਥ ਦੈਟਸ ਵਾਈ ਆਪਾਂ B ਦੇ ਉੱਤੇ ਟਿਕ ਲਾ ਦਾਂਗੇ ਦੈਟਸ ਵਾਈ ਜਿਹੜੀ ਇਲੈਕਟ੍ਰੋਨ ਮਾਈਕਰੋਸਕੋਪ ਹੈ ਉਹਨਾਂ ਦੀ ਮੈਗਨੀਫਿਕੇਸ਼ਨ ਕੀ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਆਪਟੀਕਲ ਮਾਈਕਰੋਸਕੋਪ ਦੇ ਓਕੇ ਨੈਕਸਟ ਕੁਐਸਚਨ ਦੇਖੋ in a compound microscope magnification will be large if the focal length of eye lens देखो अपने फॉर्मूला पढ़िया सीगा भी D/L अपना ਜਿਹੜਾ ਵੀ ਹੈਗਾ ਸੀਗਾ ਆਪਣੇ ਕੋਲ F0 ਤੇ Fe ਤਾਂ ਨਿਚਲੇ ਪਾਸੇ ਪਿਆ ਸੀਗਾ ਹਨਾ M ਜਿਹੜਾ ਹੈਗਾ ਉਹ 1/F0 ਤੇ Fe ਦੇ ਹੁੰਦਾ ਤਾਂ ਮਤਲਬ ਜੇ ਜਿਵੇਂ ਜਿਵੇਂ ਤੁਸੀਂ ਫੋਕਲ ਲੈਂਥ ਜਿਹੜੀ ਹੈਗਾ ਡਿਕਰੀਜ਼ ਕਰੀ ਜਾਓਗੇ ਚਾਹੇ ਉਹ ਆਬਜੈਕਟਿਵ ਦੀ ਹੋਵੇ ਚਾਹੇ ਆਈ ਲੈਂਸ ਦੀ ਹੋਵੇ मैगनीफिकेशन पावर उन्नी ज़्यादा की होंगी जाऊगी इंक्रीज होंगी जाऊगी तो उन्हें यही पूछा दी फोकल लेंथ ऑफ अपना इन कंपाउंड माइक्रोस्कोप मैगनीफिकेशन विल बी लार्ज इफ द फोकल लेंथ ऑफ आई लेंस इज अपना स्मॉल करांगे B ऑप्शन स्मॉलर दे उत्ते तुसीं टिक लगा दोगे नेक्स्ट द फोकल लेंथ ऑफ ऑब्जेक्टिव लेंस ऑफ अ कंपाउंड माइक्रोस्कोप इज यू नो वेरी वेल इहदे च कंपैरिजन दस्सिया होया आई लेंस दे विद रिस्पैक्ट ਤਾਂ ਆਪਾਂ ਨੂੰ ਪਤਾ ਕੰਪਾਊਂਡ ਮਾਈਕਰੋਸਕੋਪ ਦੇ ਵਿੱਚ ਜਿਹੜਾ ਆਬਜੈਕਟਿਵ ਲੈਂਸ ਸੀਗਾ ਆਬਜੈਕਟਿਵ ਲੈਂਸ ਸੀਗਾ ਆਪਣਾ ਕੀ ਸੀਗਾ ਆਈ ਲੈਂਸ ਸੀਗਾ ਆਬਜੈਕਟਿਵ ਲੈਂਸ ਦੀ ਜਿਹੜੀ ਫੋਕਲ ਲੈਂਥ ਹੈ ਉਹ ਐਜ਼ ਕੰਪੇਅਰ ਟੂ ਆਈ ਲੈਂਸ ਸਮਾਲ ਸੀਗੀ ਤਾਂ ਯੂ ਨੋ ਵੈਰੀ ਵੈਲ ਆ B ਆਪਸ਼ਨ ਹੈਗਾ ਲੈਸ ਦੈਨ ਦੀ ਫੋਕਲ ਲੈਂਥ ਆਫ ਆਈ ਪੀਸ ਇਹਨੂੰ ਆਈ ਲੈਂਸ ਆਈ ਪੀਸ ਜੋ ਮਰਜ਼ੀ ਕਹੀ ਚੱਲੋ ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਓਕੇ ਨੈਕਸਟ For which of the following color the magnifying power of a microscope will be maximum ਤਾਂ ਕਿਸ ਕਲਰ ਦੇ ਲਈ ਮੈਗਨੀਫਾਈਂਗ ਪਾਵਰ ਮਾਈਕਰੋਸਕੋਪ ਦੀ ਸਭ ਤੋਂ ਜ਼ਿਆਦਾ ਗ੍ਰੇਟੈਸਟ ਹੁੰਦੀ ਹੈ ਤਾਂ ਵਾਇਲਟ ਕਲਰ ਦੇ ਲਈ ਹੁੰਦੀ ਹੈ ਸਭ ਤੋਂ ਜ਼ਿਆਦਾ ਮੈਗਨੀਫਾਈਂਗ ਆਪਣੀ ਮਾਈਕਰੋਸਕੋਪ ਦੀ ਆਪਣੀ ਮੈਗਨੀਫਿਕੇਸ਼ਨ ਓਕੇ ਨੈਕਸਟ fingerprints are observed by the use of ਜਿਹੜੇ ਆਪਣੇ ਫਿੰਗਰਪ੍ਰਿੰਟਸ ਹੁੰਦੇ ਨੇ ਜੇ ਆਪਾਂ ਉਹਨਾਂ ਨੂੰ ਆਬਜ਼ਰਵ ਕਰਨਾ ਹੋਵੇ ਦੇਖਣਾ ਹੋਵੇ ਵੀ ਬਿਲਕੁਲ ਫਿੰਗਰਪ੍ਰਿੰਟ ਸਹੀ ਨੇ ਹੈਗੇ ਨੇ ਜਾਂ ਨਹੀਂ ਹੈਗੇ ਤਾਂ ਮਾਈਕਰੋਸਕੋਪ ਦੀ ਹੈਲਪ ਨਾਲ ਸਿੰਪਲ ਮਾਈਕਰੋਸਕੋਪ ਦੀ ਹੈਲਪ ਨਾਲ ਆਪਾਂ ਦੇਖ ਸਕਦੇ ਆ ਓਕੇ ਨੈਕਸਟ the instrument used to see the distant object on the earth ਤਾਂ ਅਰਥ ਦੇ ਉੱਤੇ ਜਿਹੜੇ ਦੂਰ ਦੂਰ ਪਏ ਜਿਹੜੇ ਆਪਣੇ ਹੁੰਦੇ ਨੇ ਆਪਣੇ ਆਬਜੈਕਟ ਹੁੰਦੇ ਨੇ ਜੇ ਉਹਨਾਂ ਨੂੰ ਆਪਾਂ ਨੇ ਦੇਖਣਾ ਹੋਵੇ ਤਾਂ ਉਹਨਾਂ ਵਾਸਤੇ ਆਪਾਂ ਕਿਹੜਾ ਆਪਣਾ ਟੈਲੀਸਕੋਪ ਯੂਜ਼ ਕਰਦੇ ਆ ਟੈਰੇਸਟਰੀਅਲ ਟੈਲੀਸਕੋਪ ਯੂਜ਼ ਕਰਦੇ ਦੇਖੋ ਦੂਰ ਆਪਣੇ ਤਾਰਿਆਂ ਨੂੰ ਦੇਖਣਾ ਹੋਵੇ ਤਾਂ ਐਸਟਰੋਨੋਮਿਕਲ ਯੂਜ਼ ਕਰਦੇ ਹੁੰਦੇ ਆ ਬਟ ਅਰਥ ਦੇ ਉੱਤੇ ਹੀ ਦੂਰ ਦੂਰ ਪਲੇਸਿਸ ਨੂੰ ਦੇਖਣਾ ਹੋਵੇ ਤਾਂ ਆਪਾਂ ਟੈਰੇਸਟਰੀਅਲ ਟੈਲੀਸਕੋਪ ਦਾ ਹੀ ਯੂਜ਼ ਕਰਦੇ ਆ ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ ਓਕੇ ਨੈਕਸਟ which one of the following is used for sun glasses ਤਾਂ sun glasses ਦੇ ਲਈ ਬੇਸਿਕਲੀ ਆਪਾਂ
ਕੀ ਯੂਜ਼ ਕਰਦੇ ਆ, ਕਰੁਕਸ ਗਲਾਸ ਦਾ ਯੂਜ਼ ਕਰਦੇ ਆ ਸਨ ਗਲਾਸਿਸ ਦੇ ਲਈ। ਇਹ ਕਰੁਕਸ ਗਲਾਸ ਯੂਵੀ ਰੇਜ਼ ਨੂੰ ਰੋਕਦਾ ਹੁੰਦਾ ਆਈਜ਼ ਤੱਕ ਪਹੁੰਚਣ ਦੇ ਲਈ, ਦੈਟਸ ਵਾਈ ਕਰੁਕਸ ਗਲਾਸ ਦਾ ਆਪਾਂ ਯੂਜ਼ ਕਰਦੇ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਯਾਦ ਰੱਖਿਓ ਕੰਟੈਕਟ ਲੈਂਸ ਬਣਾਉਣ ਦੇ ਲਈ ਆਪਾਂ ਫਲਿੰਟ ਗਲਾਸ ਦਾ ਯੂਜ਼, ਜਾਂ ਲੈਂਸ ਸਿੰਪਲ ਬਣਾਉਣ ਦੇ ਲਈ ਆਪਾਂ ਫਲਿੰਟ ਗਲਾਸ ਦਾ ਯੂਜ਼ ਕਰਦੇ ਆ, ਜਦ ਕਿ ਸਨ ਗਲਾਸਿਸ ਬਣਾਉਣ ਦੇ ਲਈ ਕਰੁਕਸ ਗਲਾਸ ਦਾ ਆਪਾਂ ਯੂਜ਼ ਕਰਦੇ ਹੈਗੇ ਆ। ਨੈਕਸਟ, ਵਨ ਕੈਨ ਡਿਸਟਿੰਗੁਇਸ਼ ਅ ਟੈਲੀਸਕੋਪ ਫਰੋਮ ਅ ਮਾਈਕਰੋਸਕੋਪ ਬਾਈ ਓਬਜ਼ਰਵਿੰਗ। ਆਪਣਾ ਟੈਲੀਸਕੋਪ ਦੇਖੋ ਦੂਰ ਦੀਆਂ ਵਸਤੂਆਂ ਨੂੰ ਦੇਖਦਾ ਹੁੰਦਾ ਹੈ, ਮਾਈਕਰੋਸਕੋਪ ਜਿਹੜੇ ਸਮਾਲ ਥਿੰਗਸ ਨੇ ਉਹਨਾਂ ਨੂੰ ਬੜਾ ਕਰਕੇ ਦੇਖਦਾ ਹੁੰਦਾ ਹੈ ਨਾ। ਤਾਂ ਇਹਨਾਂ 'ਚ ਦੋਹਾਂ 'ਚ ਡਿਫਰੈਂਸ ਕੀ ਹੈ, ਲੈਂਥ ਐਂਡ ਸਾਈਜ਼ ਆਫ ਦੀ ਲੈਂਸ ਦਾ ਫਰਕ ਹੁੰਦਾ ਹੈ ਬੇਸਿਕਲੀ। ਟੈਲੀਸਕੋਪ ਤੇ ਮਾਈਕਰੋਸਕੋਪ ਦੇ ਵਿੱਚ ਲੈਂਸ ਦਾ ਤੇ ਉਹਦੇ ਸਾਈਜ਼ ਦਾ ਫਰਕ ਹੁੰਦਾ ਹੈਗਾ, ਲੈਂਥ ਤੇ ਸਾਈਜ਼ ਆਫ ਦੀ ਲੈਂਸ ਦਾ। ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, which one of the following instrument is used to study dispersion of light? ਤਾਂ dispersion of light you know very well, 7 ਰੰਗਾਂ ਦਾ ਟੁੱਟਣਾ ਹੁੰਦਾ, ਵਾਈਟ ਲਾਈਟ ਦਾ 7 ਕਲਰਸ ਦੇ ਵਿੱਚ ਬ੍ਰੇਕ ਹੋਣਾ। ਤਾਂ ਇਹ ਕਿਹੜੀ ਡਿਵਾਈਸ ਇੰਸਟਰੂਮੈਂਟ ਹੈ ਜਿਹੜਾ ਆਪਣਾ ਸਟੱਡੀ ਕਰਦਾ, ਸਪੈਕਟਰੋਮੀਟਰ। ਤਾਂ ਸਪੈਕਟਰੋਮੀਟਰ ਜਿਹੜਾ ਹੈਗਾ ਇਹ ਡਿਸਪਰਸ਼ਨ ਆਫ ਲਾਈਟ ਦੇ ਥਿੰਗਸ ਨੂੰ ਮੇਜ਼ਰ ਕਰਦਾ ਹੁੰਦਾ। ਓਕੇ, ਨੈਕਸਟ ਦੇਖੋ ਕੀ ਕਹਿ ਰਿਹਾ, if the focal length of objective lens is increased then। देखो फोकल लेंथ आपने ऑब्जेक्टिव लेंस की इंक्रीज करती। तो देखो आपको एक चीज़ का पता है, माइक्रोस्कोप का पता है भी माइक्रोस्कोप दे विच फोकल लेंथ जे तुसी इंक्रीज करोगे मैगनीफाइंग पावर डिक्रीज हो जाती होंगी है, चाहे वो सिंपल हो चाहे वो कंपाउंड हो। ओके, ਤਾਂ ਇੱਕ ਗੱਲ ਤਾਂ ਕਲੀਅਰ ਹੋ ਗਈ, ਮੈਗਨੀਫਾਈਂਗ ਪਾਵਰ ਜਿਹੜੀ ਮਾਈਕਰੋਸਕੋਪ ਦੀ ਹੈ ਉਹ ਡਿਕਰੀਜ਼ ਹੋਊਗੀ ਤੇ ਟੈਲੀਸਕੋਪ ਦੇ ਉਲਟ ਹੁੰਦਾ ਜੀ। ਮੈਗਨੀਫਾਈਂਗ ਪਾਵਰ ਮਾਈਕਰੋਸਕੋਪ ਦੀ ਡਿਕਰੀਜ਼ ਹੋ ਰਹੀ ਹੈ ਬਟ ਟੈਲੀਸਕੋਪ ਦੀ ਕੀ ਹੋ ਜਾਏਗੀ, ਇੰਕਰੀਜ਼ ਹੋ ਜਾਏਗੀ। ਦੈਟਸ ਵਾਈ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਓਕੇ, ਨੈਕਸਟ, the magnifying power of a compound microscope increases when। ਤਾਂ ਇਹ ਮੈਂ ਤੁਹਾਨੂੰ ਹੁਣੀ ਦੱਸ ਚੁੱਕਿਆ ਵੀ ਕੰਪਾਊਂਡ ਮਾਈਕਰੋਸਕੋਪ ਦੇ ਦੋ ਲੈਂਸ ਨੇ, ਇੱਕ ਆਬਜੈਕਟਿਵ ਲੈਂਸ ਹੈ ਤੇ ਇੱਕ ਆਈ ਲੈਂਸ ਹੈਗਾ। ਜੇ ਆਪਾਂ ਦੋਹਾਂ ਦੀ ਆਪਾਂ ਫੋਕਲ ਲੈਂਥ ਆਪਾਂ ਡਿਕਰੀਜ਼ ਕਰ ਦਈਏ ਤਾਂ ਮੈਗਨੀਫਾਈਂਗ ਪਾਵਰ ਕੀ ਹੋ ਜੂਗੀ, ਇੰਕਰੀਜ਼ ਹੋ ਜੂਗੀ। ਤਾਂ ਫੋਕਲ ਲੈਂਥ ਆਫ ਬੋਥ ਆਪਣੇ ਆਬਜੈਕਟਿਵ ਐਂਡ ਆਈ ਪੀਸ ਆਰ ਡਿਕਰੀਜ਼। ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਓਕੇ, ਨੈਕਸਟ ਕੁਐਸਚਨ ਦੇਖੋ, in a laser say neon laser all the atoms emit the light waves of। ਲੇਜ਼ਰ ਦੇ ਵਿੱਚ ਜਿਹੜੇ ਵੀ ਐਟਮ ਕਹਿੰਦਾ ਅਮਿਟ ਕਰਦੀ ਆ, ਬਾਹਰ ਨਿਕਾਲਦੀ ਆ ਲੇਜ਼ਰ, ਉਹਨਾਂ ਦੇ ਵਿੱਚ ਕੀ ਕੁਝ ਹੁੰਦਾ, ਉਹਨਾਂ ਦੀ ਫ੍ਰੀਕੁਐਂਸੀ ਸੇਮ ਹੁੰਦੀ ਹੈ, ਸੇਮ ਐਂਪਲੀਟਿਊਡ ਹੁੰਦਾ, ਸੇਮ ਫੇਜ਼ ਹੁੰਦਾ, ਬਿਲਕੁਲ ਸਭ ਕੁਝ ਸੇਮ ਹੁੰਦਾ। ਦੈਟਸ ਵਾਈ ਡੀ ਦੇ ਉੱਤੇ ਆਪਾਂ ਟਿਕ ਲਗਾ ਦਾਂਗੇ ਕਿਉਂਕਿ ਇਹਦੇ 'ਚ ਫ੍ਰੀਕੁਐਂਸੀ, ਐਂਪਲੀਟਿਊਡ ਤੇ ਫੇਜ਼ ਕੀ ਹੁੰਦਾ, ਬਿਲਕੁਲ ਸੇਮ ਹੁੰਦਾ। ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ, time of exposure required for taking photograph of an object depends upon the। ਇੱਕ time of exposure ਹੁੰਦਾ ਹੈ ਵੀ ਡਿਊਰਿੰਗ ਆਪਾਂ ਫੋਟੋਗ੍ਰਾਫ ਕਲਿੱਕ ਕਰ ਰਹੇ ਹਾਂ ਤਾਂ ਕਿਹਦੇ ਉੱਤੇ ਡਿਪੈਂਡ ਕਰੇਗਾ, ਇਹ ਬ੍ਰਾਈਟਨੈਸ ਆਫ ਦੀ ਆਬਜੈਕਟ ਉੱਤੇ ਡਿਪੈਂਡ ਕਰੇਗਾ ਵੀ ਆਬਜੈਕਟ ਵਿੱਚ ਬ੍ਰਾਈਟਨੈਸ ਕਿੰਨੀ ਕੁ ਆ ਰਹੀ ਹੈ, ਉਹਦੇ ਅਕੋਰਡਿੰਗ ਹੀ ਟਾਈਮ ਆਫ ਐਕਸਪੋਜ਼ਰ ਲੱਗਦਾ ਹੁੰਦਾ ਵੀ ਕਿੰਨੀ ਕੁ ਜਲਦੀ ਆਪਾਂ ਕਲਿੱਕ ਕਰ ਸਕਦੇ ਇਮੇਜ ਨੂੰ। ਜੇ ਉਹਦੇ 'ਚ ਲਾਈਟ ਹੀ ਨਹੀਂ ਆ ਰਹੀ ਹੋਗੀ ਤਾਂ ਆਪਾਂ ਕਿਵੇਂ ਇਮੇਜ ਉੱਥੋਂ ਖਿੱਚ ਸਕਦੇ ਹਾਂ, ਠੀਕ ਹੈ ਨਾ। ਤਾਂ ਦੈਟਸ ਵਾਈ। ਨੈਕਸਟ, which one of the following determines the sharpness of image in a camera। ਤਾਂ ਕੈਮਰੇ ਦੇ ਵਿੱਚ ਸ਼ਾਰਪਨੈਸ ਜਿਹੜੀ ਬੇਸਿਕਲੀ ਇਮੇਜ ਦੀ ਜੇ ਸ਼ਾਰਪਨੈਸ ਹੁੰਦੀ ਹੈ ਉਹ ਕੌਣ ਮੇਜ਼ਰ ਕਰਦਾ ਹੁੰਦਾ ਹੈ, ਅਪਰਚਰ। ਜਿਹੜਾ ਅਪਰਚਰ ਹੁੰਦਾ ਹੈਗਾ ਲੈਂਸ ਦਾ ਉਹ ਬੇਸਿਕਲੀ ਆਪਣਾ ਡਿਟਰਮਾਈਨ ਕਰਦਾ ਸ਼ਾਰਪਨੈਸ, ਕਿੰਨੀ ਕੁ ਇਮੇਜ ਸ਼ਾਰਪ ਹੋਗੀ, ਕਿੰਨੀ ਕੁ ਇਮੇਜ ਕਲੀਅਰ ਹੋ ਗਈ। ਅਪਰਚਰ ਮੇਜ਼ਰ ਅਪਰਚਰ ਦਾ ਇਫੈਕਟ ਹੈ ਜਿਹੜਾ ਲੈਂਸ ਦਾ ਯੂਜ਼ ਹੁੰਦਾ ਹੈ। ਨੈਕਸਟ, ਨਾਈਟ ਫੋਟੋਗ੍ਰਾਫੀ ਐਂਡ ਫੋਟੋਗ੍ਰਾਫੀ ਇਨ ਮਿਸਟ ਐਂਡ ਫੋਗ ਆਰ ਪੋਸੀਬਲ ਯੂਜ਼ਿੰਗ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਬੇਟਾ ਯੂਜ਼ ਕਰਦੇ ਨੇ, ਤੁਸੀਂ ਅੱਜ ਕੱਲ੍ਹ ਦੇ ਮੋਬਾਈਲ ਫੋਨ ਦੇਖੋ ਵੀ ਨਾਈਟ ਫੋਟੋਗ੍ਰਾਫੀ ਯੂਜ਼ ਕਰਦੇ ਹੈਗੇ ਨੇ, ਵੀ ਨਾਈਟ ਵਿਜ਼ਨ ਦੇ ਵਿੱਚ ਵੀ ਆਪਣੀ ਫੋਟੋਗ੍ਰਾਫੀ ਹੁੰਦੀ ਹੈ ਤਾਂ ਉਹਦੇ ਲਈ ਇਨਫਰਾ ਰੈੱਡ ਰੇਡੀਏਸ਼ਨ ਦਾ ਯੂਜ਼ ਹੁੰਦਾ। ਤਾਂ ਬੀ ਆਪਸ਼ਨ ਇਨਫਰਾ ਰੈੱਡ ਰੇਡੀਏਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਓਕੇ, ਨੈਕਸਟ,
ऑप्टिक फाइबरस आर यूज्ड इन, तो ਜਿਹੜੇ ऑप्टिकल फाइबरस ने बेटा ਉਹਨਾਂ ਦੇ ਵਿੱਚ ਬੇਸ ऑप्टिकल फाइबर ਨੇ ਕਿੱਥੇ ਯੂਜ਼ ਹੁੰਦੀਆਂ ਨੇ। ऑप्टिकल फाइबर ਦਾ ਇੱਕ ਤਾਂ ਆਪਣੇ ਕਮਿਊਨੀਕੇਸ਼ਨ ਸਿਸਟਮ 'ਚ ਕੀਤਾ ਸੀਗਾ, ਇੱਕ ਆਪਣੇ ਐਂਡੋਸਕੋਪੀ ਦੇ ਵਿੱਚ ਵੀ ऑप्टिकल फाइबरस ਦਾ ਯੂਜ਼ ਹੁੰਦਾ ਹੈ। ਤਾਂ ऑप्टिकल ਐਂਡੋਸਕੋਪੀ ਆਪਾਂ ਨੇ ਕੀਤਾ ਸੀ, ਐਂਡੋਸਕੋਪੀ ਦੇ ਵਿੱਚ TIR ਫਿਨੋਮੀਨਾ ਯੂਜ਼ ਹੁੰਦਾ ਹੈ, ਟੋਟਲ ਇੰਟਰਨਲ ਰਿਫਲੈਕਸ਼ਨ, ਤਾਂ TIR ਫਿਨੋਮੀਨਾ ਹੀ ऑप्टिकल फाइबर 'ਚ ਯੂਜ਼ ਹੁੰਦਾ ਹੈ। दैट्स वाई एंडोस्कोपी करने के लिए ऑप्टिक फाइबर्स का यूज होंगे। नैक्सट देखो, माइक्रोस्कोप यूज्ड इन पैथोलॉजिकल लैबोरेटरी फॉर्म्स। पैथोलॉजिकल लैबोरेटरी वो होंगे ने जिथे वायरस ते बैक्टीरिया के स्ट्रक्चर्स नूं देखा जाता होंगे बेसिकली, तो उन्होंने वास्ते स्पैशली आप कंपाउंड माइक्रोस्कोप का ही यूज़ करते हैं। तो कंपाउंड माइक्रोस्कोप की तुहानूं फाइनल इमेज का पता होवे, वो मैगनीफाइड इमेज तो बनाऊगी ही बनाऊगी, वर्चुअल इमेज बनाते तो इनवर्टेड इमेज बनाते। दैट्स वाई सी ऑप्शन के उत्ते तुसी टिक लगा सकते हो। ओके, अपने 141 क्वेश्चन डिस्कस हो चुके हैं। सारे क्वेश्चन जो तुसी ध्यान नाल देखो ना बेटा, एक एक चुनवा क्वेश्चन है, सिलेक्ट किया होया क्वेश्चन है बेटा, बहुत अच्छे तरीके नाल मेरे नोट्स अरेंजमेंट किए हुए ने, तो ध्यान नाल स्टडी करो बेटा। जिन्हें अपने देखो अज एट प्रेजेंट लॉकडाउन दे विच अपने घर के हालात देखो बेटा भी किस तरीके नाल गौरमेंट जॉब ना होने करके अपने परिवार की की कंडीशन हुई पई है। यही बेटा अपने मोटिवेशन लैके आओ भी साने पढ़ना है, हार्ड स्टडी करनी है, जिन्ना मर्जी सानू हार्डवर्क करना पवे आपां करांगे सारे हार्डवर्क। इस लॉकडाउन पीरियड का वध तो वध बैनीफिट चक्को बेटा, नहीं तो बेटा जो लॉकडाउन ओपन होऊगा देखो तुसी थोड़े कोल एजुकेशन का एक भी पार्ट नहीं होऊगा। तो देखो बाकी बच्चे ਜਿਹੜੇ मेहनत कर रहे होणगे बेटा, उन्होंने एक अच्छी एजुकेशन करके थोड़े तो अगे निकल जाएंगे। देखो तुहानूं पता अजकल जॉब्स भी बहुत घੱਟ ही आंदियां ने, तो जे तुसीं सोचदे हो भी हाँ साडा कल्ला फार्म भरन दे नाल ही सानू गौरमेंट जॉब मिल जूगी, बेटा ये बिल्कुल गलत है इन्फॉर्मेशन। जिन्नी देर तक तुसी स्टडी नहीं करते हैगे उन्नी देर तक तुहानूं कोई गौरमेंट जॉब मिलूगी नहीं, वो जिहड़ा मर्जी परसन है डियर, तुहानूं स्टडी प्लस रिवीजन करनी ही पैनी है। ओके, नैक्सट 142 क्वेश्चन देखो बेटा, द मैगनीफाइंग पावर ऑफ एन एस्ट्रोनॉमिकल टेलीस्कोप कैन बी डिक्रीज्ड बाय। एस्ट्रोनॉमिकल टेलीस्कोप है, टेलीस्कोप दे विच उल्ट सिस्टम हुंदा है बेसिकली। तो टेलीस्कोप दे विच की होगा, इंक्रीजिंग द फोकल लेंथ ऑफ द आई पीस। तो बेसिकली क्योंकि ऑब्जैक्टिव दिता जो आप फोकल लेंथ इंक्रीज कर दिए तो मैगनीफाइंग पावर इंक्रीज हो जूगी टैलीस्कोप दे, बट कि जद कि आपां नूं जे आई पीस दी इंक्रीज कर दिए तो यह डिक्रीज हो जूगी। ओके, तो बी ऑप्शन के उत्ते तुसीं टिक लगा दोगे। नैक्सट, आ लेजर बीम इज़ ऑलवेज, तो जी लेजर बीम है बेसिकली बेटा यह एक पैरल बीम होंदियां ने, सारे रेज बिल्कुल पैरल जा रही ने, दैट्स वाई इहनूं की बोलते हैं पैरल बीम। द कॉम्बीनेशन होता है लेजर बीम। नैक्सट, द यूनिट ऑफ ल्यूमिनस एफिशिएंसी ऑफ एन इलैक्ट्रिक बल्ब इज़, तो एक ल्यूमिनस इंटेंसिटी से उन्होंने तो आप कैंडलों के नाल रिप्रजेंट किया सीगा। यह ल्यूमिनस इंटेंसिटी एफिशिएंसी है तो ल्यूमेन पर वॉट, तो ल्यूमन पर वॉट डी उत्ते तुसी टिक लगा दोगे, यूनिट है ल्यूमिनस एफिशिएंसी दी। ओके, नैक्सट, ऑप्टिकल फाइबर्स दो bent in any manner allow light to pass through, what is the conclusion that one can draw from it। ऑप्टिकल फाइबर ਦੇ कह रहा है बेसिकली भी जिन्नी मर्जी बेंट करी जाओ तो लाइट वो ट्रैवल हो जाती है। ये तो आप की समझते हैं, ये तो आप यही गल समझते हैं भी TIR टोटल इंटरनल रिफ्लैक्शंस अकर कर रही ने ऑप्टिकल फाइबर्स दे विच। दैट्स वाई जो सिग्नल है एक प्लेस तो दूजे प्लेस पर चला जाता है। तो डी ऑप्शन, लाइट कैन ट्रैवल थ्रू फाइबर्स ड्यू टू मल्टीपल टोटल इंटरनल रिफ्लैक्शन। तो डी ऑप्शन के उत्ते तुसीं टिक लगा सकते हो। नैक्सट, डिस्पर्शन प्रोसैस फॉर्म्स स्पैक्ट्रम ड्यू टू वाइट लाइट फॉलिंग ऑन अ प्रिज्म, द लाइट वेव विद शॉर्टेस्ट वेव लेंथ। तो थोनू पता बेटा भी ना अपना जो प्रिज्म बनाई सी आपां ने है ना, तो वाइट लाइट आई सी 7 कलर्स दे ब्रेक कर गई, उरे रैड पिया सी, उरे वायलट पिया सीगा। जे थोने पहला क्वेश्चन ध्यान नाल सुने हुए ने तो मैं दस्सिया इन्हां कलर्स दे सब तो ज़्यादा वेवलेंथ जिहड़ी हैगी रैड कलर दी हैगी है। तो रैड कलर की जे वेवलेंथ ज़्यादा है तो वो लीस्ट रिफ्रैक्ट होया सीगा। वायलट कलर की हैगी है वेवलेंथ सब तो घट है, वो ज़्यादा मतलब की होया बेटा रिफ्रैक्ट हो गया। तो इन्हें इंटरलॉकिंग सिस्टम होंदा, मतलब हर एक कंसैप्ट को अटैच करके ही कोई आंसर देना होंदा बेसिकली। तो दैट्स वाई डियर
ਲਾਈਟ ਵੇਵ ਵਿਦ ਸ਼ਾਰਟੈਸਟ ਵੇ, ਜਿਹਦੀ ਸ਼ਾਰਟੈਸਟ ਵੇਵ ਲੈਂਥ ਹੋਊਗੀ ਉਹ ਰਿਫਰੈਕਟ ਜ਼ਿਆਦਾ ਕਰੂਗਾ, ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਓਕੇ, ਨੈਕਸਟ ਕੁਐਸਚਨ ਦੇਖੋ, in which part of the eye lies the pigment that decides the color of the eye of a person, that is the choroid ਹੁੰਦਾ, ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ, B ਆਪਸ਼ਨ choroid। ਤਾਂ ਨੈਕਸਟ ਹੈਗਾ 148 ਕੁਐਸਚਨ, which one of the following phenomena cannot be attributed to the refraction of light, ਤਾਂ ਇਹਨਾਂ ਵਿੱਚ ਕਿਹੜਾ ਹੈ ਜਾਂ ਫਿਨੋਮੀਨਾ ਜਿਹਦੇ 'ਚ ਰੀਫਰੈਕਸ਼ਨ ਨਹੀਂ ਹੋ ਰਹੀ। ਦੇਖੋ ਟਵਿੰਕਲਿੰਗ ਆਫ ਸਟਾਰਸ ਆਪਾਂ ਨੂੰ ਨਜ਼ਰ ਆਉਂਦੇ ਨੇ ਰੀਫਰੈਕਸ਼ਨ ਕਰਕੇ, ਮਿਰਾਜ ਫਿਨੋਮੀਨਾ ਠੀਕ ਹੈ, TIR ਟੋਟਲ ਇੰਟਰਨਲ ਰਿਫਲੈਕਸ਼ਨ, ਬਟ ਇਹਦੇ ਟੋਟਲ ਇੰਟਰਨਲ ਰਿਫਲੈਕਸ਼ਨ ਕਿਹਦਾ ਪਾਰਟ ਹੈ, ਰੀਫਰੈਕਸ਼ਨ ਦਾ ਹੀ ਇੱਕ ਪਾਰਟ ਹੈਗਾ। ਰੇਨਬੋ ਵੀ ਆਪਾਂ ਨੂੰ ਜਿਹੜੀ ਨਜ਼ਰ ਆਉਂਦੀ ਹੈ ਰੀਫਰੈਕਸ਼ਨ ਕਰਕੇ ਹੀ ਨਜ਼ਰ ਆਉਂਦੀਆਂ ਨੇ। ਰੈੱਡ ਸ਼ਿਫਟ ਫਿਨੋਮੀਨਾ ਇੱਕ ਸਾਊਂਡ ਦਾ ਫਿਨੋਮੀਨਾ, ਦੈਟਸ ਅ ਸਾਊਂਡ ਦੇ ਵਿੱਚ ਰੀਫਰੈਕਸ਼ਨ। D ਆਪਸ਼ਨ ਦੇ ਤੁਸੀਂ ਟਿਕ ਲਾ ਦੋਗੇ, ਰੈੱਡ ਸ਼ਿਫਟ। ਓਕੇ, ਨੈਕਸਟ, which of the following is incorrect about compound microscope, ਤਾਂ compound microscope ਦੇ ਇਕੱਠੇ characteristic ਪੁੱਛ ਲਿਆ। ਦੇਖੋ it consists of two convex lens, ਤਾਂ ਬਿਲਕੁਲ ਠੀਕ ਹੈ, ਦੋ convex lens ਹੁੰਦੇ ਨੇ। the objective lens ਹੈ smaller focal length than eye lens, ਬਿਲਕੁਲ ਠੀਕ ਹੈ, ਦੋਹੇ ਪੁਆਇੰਟ ਠੀਕ ਨੇ। the objective lens forms real magnified image, ਜਿਹੜਾ objective lens ਹੈ real image ਬਣਾਉਂਦਾ, ਬਿਲਕੁਲ magnified ਬਣਾਉਂਦਾ, ਬਿਲਕੁਲ ਠੀਕ ਹੈ ਪੁਆਇੰਟ ਇਹ। ਦੀ ਫਾਈਨਲ ਇਮੇਜ ਇਜ਼ ਰੀਅਲ ਮਚ ਮੈਗਨੀਫਾਈਡ, ਫਾਈਨਲ ਇਮੇਜ ਬੇਟਾ ਵਰਚੁਅਲ ਹੁੰਦੇ, ਧਿਆਨ ਰੱਖਿਓ, ਦੈਟਸ ਵਾਈ D ਪੁਆਇੰਟ ਗਲਤ ਹੈ, ਤਾਂ ਇਹ 'ਤੇ ਟਿਕ ਲਗਾ ਦੋਗੇ ਤੁਸੀਂ D ਪੁਆਇੰਟ ਦੇ ਉੱਤੇ। ਨੈਕਸਟ ਕਹਿੰਦਾ ਵੈਨ ਆ CD ਕੰਪੈਕਟ ਡਿਸਕ ਇਜ਼ ਸੀਨ ਇਨ ਸਨਲਾਈਟ ਰੇਨਬੋ ਲਾਈਕ ਕਲਰਸ ਆਰ ਸੀਨ, ਇਜ਼ ਦਿਸ ਕੈਨ ਬੀ ਐਕਸਪਲੇਨਡ ਔਨ ਦੀ ਬੇਸਿਸ ਆਫ ਦੀ ਫਿਨੋਮੀਨਾ। ਯੂ ਨੋ ਵੈਰੀ ਵੈਲ ਵੀ ਜਿਹੜੀ ਆਪਣੀ CD ਹੁੰਦੀ ਹੈ ਉਹਨੂੰ ਆਪਾਂ ਸਨਲਾਈਟ 'ਚ ਲੈ ਕੇ, ਤੁਸੀਂ ਵੀ ਦੇਖਿਆ ਹੋਊਗਾ, ਉਹ ਇੱਕ 7 ਕਲਰਸ ਦੇ ਵਿੱਚ ਵੀ ਆਪਾਂ ਨੂੰ ਨਜ਼ਰ ਆਉਂਦੇ ਰੇਨਬੋ ਦੀ ਤਰ੍ਹਾਂ, ਤਾਂ ਉਹ ਕਿਹਦਾ ਫਿਨੋਮੀਨਾ, ਰੀਫਰੈਕਸ਼ਨ ਦਾ, ਡਿਫਰੈਕਸ਼ਨ ਦਾ ਤੇ ਟਰਾਂਸਮਿਸ਼ਨ ਦਾ। ਤਾਂ D ਆਪਸ਼ਨ ਦੇ ਤੁਸੀਂ ਟਿਕ ਲਾ ਦੋਗੇ, ਰੀਫਰੈਕਸ਼ਨ ਹੋ ਰਹੀ ਹੈ ਉਸ ਦੇ ਵਿੱਚ, ਡਿਫਰੈਕਸ਼ਨ ਹੋ ਰਹੀ ਹੈ ਤੇ ਟਰਾਂਸਮਿਸ਼ਨ, ਤਾਂ D ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ 151 ਕੁਐਸਚਨ, ਦੀ ਲੇਜ਼ਰ ਇਜ਼ ਅ ਬੀਮ ਆਫ ਰੇਡੀਏਸ਼ਨ ਵਿਚ ਆਰ, ਤਾਂ ਜਿਹੜੀ ਲੇਜ਼ਰ ਦੀ ਬੀਮ ਹੁੰਦੀ ਹੈ ਬੇਟਾ ਉਹ ਕੋਹਰੈਂਟ ਹੁੰਦੀ ਹੈ ਤੇ ਮੋਨੋਕ੍ਰੋਮੈਟਿਕ ਹੁੰਦੀ ਹੈ, ਇੱਕ ਸਿੰਗਲ ਕਲਰ ਦੀ ਹੁੰਦੀ ਹੈ, ਤਾਂ D ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਇਸ ਦੇ ਨਾਲ ਆਪਣੇ 151 ਕੁਐਸਚਨ ਡਿਸਕਸ ਹੋ ਚੁੱਕੇ, ਇੱਕ ਪਾਰਟ ਹਜੇ ਹੋਰ ਆਵੇਗਾ, 5th ਪਾਰਟ ਲਾਈਟ ਦੇ MCQ ਦਾ। ਤਾਂ ਦੇਖੋ 3 ਪਾਰਟਸ ਦੀ ਥਿਊਰੀ ਹੋਈ ਆ, 5 ਪਾਰਟਸ ਦੇ MCQ ਡਿਸਕਸ ਕੀਤੇ ਨੇ, ਤਾਂ ਬੇਟਾ ਇਸ ਤੋਂ ਬਾਅਦ ਦੀ ਇਨਫੋਰਮੇਸ਼ਨ ਕਿਸੇ ਕੋਲ ਨਹੀਂ ਹੋਊਗੀ ਬੇਟਾ। ਜੇਕਰ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੈ ਤਾਂ ਆਪਣੇ ਫਰੈਂਡਸ ਦੀ ਸ਼ੇਅਰ ਕਰੋ ਵੀ ਤਾਂ ਜੋ ਹਰ ਬੱਚੇ ਲਵੇ ਇੱਕ ਅੱਛੀ ਵੀਡੀਓ ਪਹੁੰਚ ਸਕੇ। ਥੈਂਕਸ ਯੂ ਐਵਰੀਵਨ।